2015 ਦੇ ਵਿੱਚ ਬੇਅਦਬੀ ਦਾ ਜਿਹੜਾ ਵਰਤਾਰਾ ਹੈ ਵਾਪਰਨਾ ਸ਼ੁਰੂ ਹੁੰਦਾ ਹੈ। ਮੰਦਭਾਗਾ ਵਰਤਾਰਾ ਇਹ ਹਲੇ ਤੱਕ ਇਨਸਾਫ ਨਹੀਂ ਮਿਲਦਾ ਲੋਕਾਂ ਨੂੰ। ਹਲੇ ਤੱਕ ਸੰਗਤ ਕਹਿ ਰਹੀ ਹੈ ਕਿ ਸਾਨੂੰ ਇਨਸਾਫ ਕਿਉਂ ਨਹੀਂ ਮਿਲਿਆ। ਮੁੱਖ ਮੰਤਰੀ ਸਾਹਿਬ ਨੇ ਮੈਨੂੰ ਪੁੱਛਿਆ ਕਿ ਕਾਕਾ ਕੀ ਗੱਲ ਹੈ। ਮੈਂ ਕਿਹਾ ਜੀ ਮੈਨੂੰ ਬਹੁਤਾ ਡਿਟੇਲ 'ਚ ਨਹੀਂ ਪਤਾ ਹੈਗਾ, ਇਹ ਡੀਸੀ ਸਾਹਿਬ ਨੂੰ ਪਤਾ ਡਿਟੇਲ ਦੇ ਵਿੱਚ ਮੇਰੇ ਕੋਲੇ ਬੈਠੇ ਆ ਤੇ ਜਾਂ ਕਮਿਸ਼ਨਰ ਸਾਹਿਬ ਨੂੰ ਪਤਾ ਹੈ। ਮੁਲਜ਼ਮਾਂ ਦੀ ਲਿਸਟ ਦੇ ਵਿੱਚ ਤੁਹਾਡਾ ਨਾਮ ਵੀ ਆ ਰਿਹਾ। ਇਸ ਤਰ੍ਹਾਂ ਗੋਲੀ ਚੱਲੀ ਕੋਟਕਪੂਰਾ ਦੇ ਵਿੱਚ ਸਵੇਰੇ ਅਰਲੀ ਲੋਕਾਂ ਨੂੰ ਖਦੇੜਨ ਦੇ ਲਈ ਚਲਾਈ ਗਈ, ਕਿਸੇ ਵੱਲੋਂ ਹੁਕਮ ਤੇ ਦਿੱਤਾ ਗਿਆ ਹੋਵੇਗਾ। ਉਸੇ ਸਿਸਟਮ 'ਚ ਐਸਡੀਐਮ ਸਾਹਿਬ ਦੇ ਆਰਡਰ ਸੀਗੇ ਜੀ। ਉਹਨਾਂ ਨੇ ਕੋਈ ਇਹ ਨਹੀਂ ਸੀ ਆਖਿਆ ਕਿ ਸਿੱਧੀ ਗੋਲੀ ਚਲਾਓ, ਉਹਨਾਂ ਨੇ ਆਖਿਆ ਕਿ ਪੁਲਿਸ ਨੂੰ ਖਦੇੜਨ ਲਈ ਹਵਾਈ ਫਾਇਰਿੰਗ ਕਰਨੇ ਜਿਹੜੇ ਜੋ ਨਵੀਂ ਸਿੱਟ ਬਣਾਈ ਗਈ ਸੀ ਕੋਟਕਪੂਰਾ ਗੋਲੀकांड ਦੀ ਜਾਂਚ ਦੇ ਲਈ, ਉਹਨਾਂ ਦੇ ਵੱਲੋਂ ਤੁਹਾਨੂੰ ਵੀ ਫਾਰਗ ਨਹੀਂ ਕੀਤਾ ਗਿਆ। ਤੁਸੀਂ ਜਨਤਾ ਨੂੰ ਕਿਵੇਂ ਯਕੀਨ ਦਿਵਾਓਗੇ ਕਿ ਤੁਸੀਂ ਬੇਗੁਨਾਹ ਹੋ? ਕਿਹੜੇ ਉਹ ਮੁੱਦੇ ਹੋਣਗੇ ਜਿਨ੍ਹਾਂ ਨੂੰ ਲੈ ਕੇ ਮਨਤਾਰ ਬਰਾੜ ਲੋਕਾਂ ਦੇ ਵਿੱਚ ਜਾਣਗੇ, ਲੋਕ ਉਹਨਾਂ ਨੂੰ ਸੁਣਨਗੇ ਤੇ ਉਹਨਾਂ ਨੂੰ ਵੋਟਾਂ ਦੇਣਗੇ? ਪਹਿਲਾਂ ਤਾਂ ਵਿਕਾਸ ਦਾ ਮੁੱਦਾ। ਤੁਸੀਂ ਕਹਿ ਰਹੇ ਹੋ ਕਿ ਤੁਸੀਂ ਵਿਕਾਸ ਪ੍ਰੋਜੈਕਟ ਲਿਆਂਦੇ, ਸੀਵਰੇਜ ਦਾ ਕੰਮ ਹੈ ਜਿਹੜਾ ਨੇਪਰੇ ਚਾੜਿਆ, ਪੀਣ ਵਾਲੇ ਪਾਣੀ ਦੀ ਲੋਕਾਂ ਨੂੰ ਸਹੂਲਤ ਦਿੱਤੀ ਗਈ, ਪਰ ਤੁਹਾਡੇ ਕੋਟਕਪੂਰੇ ਦੇ ਵਿੱਚ ਪ੍ਰੇਮ ਨਗਰ ਲੈ ਲਓ, ਦੁਆਰਿਆਣਾ ਰੋਡ ਲੈ ਲਓ, ਉੱਥੇ ਹਲੇ ਵੀ ਸੀਵਰੇਜ ਦੀ ਸਮੱਸਿਆ ਬਹੁਤ ਹੈ। ਕੋਟਕਪੂਰਾ ਬੱਤੀਆਂ ਵਾਲੇ ਚੌਂਕ ਤੋਂ ਰੇੜੀ ਫੜੀ ਵਾਲਿਆਂ ਨੂੰ ਉਠਾ ਦਿੱਤਾ ਗਿਆ ਸੀ ਕਿ ਇੱਕ ਕੰਪਲੈਕਸ ਬਣਾਉਣਾ ਹੈ, ਉਹ ਪ੍ਰੋਜੈਕਟ ਕਿੱਥੇ ਤੱਕ ਹੈ? 10-10 ਲੱਖ ਦਾ ਬੀਮਾ ਕਾਰਡਸ ਦੀ ਗੱਲ ਕਰ ਰਿਹਾ, ਸਟੂਡੈਂਟਸ ਨੂੰ ਖਾਸੇ ਜਿਹੜੇ ਪੈਸੇ ਦੇਣ ਦੀ ਗੱਲ ਕਰ ਰਿਹਾ, ਉਸ ਤੋਂ ਇਲਾਵਾ ਬਿਜਲੀ ਦੀ ਗੱਲ ਕਰ ਰਿਹਾ ਕਿ ਇੰਨੇ ਯੂਨਿਟਸ ਅਸੀਂ ਫ੍ਰੀ ਦੇਵਾਂਗੇ। ਇਹਨਾਂ ਕੁਝ ਅਕਾਲੀ ਦਲ ਮੈਨੇਜ ਕਿਵੇਂ ਕਰੇਗਾ? ਕਿਉਂਕਿ ਕਾਂਗਰਸ ਤਾਂ ਕਹਿ ਰਹੀ ਹੈ ਕਿ ਸਾਡੇ ਵੱਲ ਤਾਂ ਖਜ਼ਾਨਾ ਜਿਹੜਾ ਬਿਲਕੁਲ ਇਸ ਵੇਲੇ ਖਾਲੀ ਹੈ। ਬਿਜਲੀ ਸਮਝੌਤਿਆਂ ਨੂੰ ਲੈ ਕੇ ਅਕਾਲੀ ਦਲ ਤੇ ਕਾਂਗਰਸ ਬਹੁਤ ਇਲਜ਼ਾਮ ਲਗਾ ਰਹੀ ਹੈ ਕਿ ਇਹਨਾਂ ਦੇ ਵੱਲੋਂ ਸਮਝੌਤੇ ਕੀਤੇ ਗਏ ਸੀ, ਅਸੀਂ ਹੁਣ ਰੱਦ ਨਹੀਂ ਕਰ ਸਕਦੇ ਜੀ, ਲੋਕਾਂ ਨੂੰ ਅਸੀਂ ਬਿਜਲੀ ਸਸਤੀ ਕਿਵੇਂ ਦੇਈਏ? ਬਠਿੰਡੇ ਵਾਲਾ ਥਰਮਲ ਪਲਾਂਟ ਢਾਹ ਦਿੱਤਾ ਗਿਆ, ਹਾਲਾਂਕਿ ਮਨਪ੍ਰੀਤ ਸਿੰਘ ਬਾਦਲ ਨੇ ਪਹਿਲਾਂ ਕਿਹਾ ਸੀ ਕਿ ਇਹ ਥਰਮਲ ਪਲਾਂਟ ਮੈਂ ਚਲਵਾਉਂਗਾ। 2030 ਤੱਕ ਉਹਨੇ ਚੱਲਣਾ ਸੀਗਾ, 2030 ਤੱਕ ਉਹਦੀ ਮਿਆਦ ਸੀਗੀ, ਅਜੇ ਮਿਆਦ ਪਈ ਸੀ, ਉਹਦੀ 9 ਸਾਲ ਮਿਆਦ ਪਈ ਹੈ ਤੇ ਲੇਕਿਨ ਇਹਨਾਂ ਦੀ ਨਿਗਾਹ ਟੇਢੀ ਸੀਗੀ। ਸਤਿ ਸ਼੍ਰੀ ਅਕਾਲ, ਮੈਂ ਤੁਹਾਡੇ ਨਾਲ ਜਸਮੀਤ। ਵਿਧਾਨ ਸਭਾ ਚੋਣਾਂ 2022 ਕੁਝ ਖਾਸਾ ਸਮਾਂ ਨਹੀਂ ਬਚਿਆ ਤੇ ਸਾਰੀਆਂ ਹੀ ਸਿਆਸੀ ਪਾਰਟੀਆਂ ਪੂਰੀ ਤਰ੍ਹਾਂ ਦੇ ਨਾਲ ਸਰਗਰਮ ਹੋ ਚੁੱਕੀਆਂ ਨੇ। ਪਾਰਟੀਆਂ ਦੇ ਵੱਲੋਂ ਆਪੋ ਆਪਣੇ ਉਮੀਦਵਾਰ ਵੀ ਐਲਾਨੇ ਜਾ ਰਹੇ ਨੇ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵਿਧਾਨ ਸਭਾ ਹਲਕਾ ਕੋਟਕਪੂਰਾ ਤੋਂ ਇੱਕ ਵਾਰ ਫਿਰ ਤੋਂ ਮਨਤਾਰ ਸਿੰਘ ਬਰਾੜ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਮਨਤਾਰ ਸਿੰਘ ਬਰਾੜ ਪਹਿਲਾਂ 5 ਚੋਣਾਂ ਲੜ ਚੁੱਕੇ ਨੇ, 3 ਵਾਰ ਦੇ ਵਿਧਾਇਕ ਰਹਿ ਚੁੱਕੇ ਨੇ ਅਤੇ ਉਹਨਾਂ ਦੀ 6ਵੀਂ ਚੋਣ ਹੋਏਗੀ। ਸਭ ਤੋਂ ਪਹਿਲੀ ਚੋਣ 1997 ਦੇ ਵਿੱਚ ਲੜੀ ਸੀ, 16,000 ਤੋਂ ਵੱਧ ਵੋਟਾਂ ਦੇ ਨਾਲ ਇਹ ਚੋਣ ਉਹਨਾਂ ਨੇ ਜਿੱਤੀ ਸੀ। ਫਿਰ 2002 ਦੇ ਵਿੱਚ 2,000 ਤੋਂ ਵੱਧ ਵੋਟਾਂ ਦੇ ਫਰਕ ਨਾਲ ਚੋਣ ਜਿੱਤੇ। ਫਿਰ 2017 ਦੇ ਵਿੱਚ ਵੀ ਉਹ ਚੋਣਾਂ ਜਿੱਤੇ 18,000 ਤੋਂ ਵੱਧ ਵੋਟਾਂ ਦੇ ਨਾਲ। 2 ਵਾਰ ਚੋਣਾਂ ਉਹ ਹਾਰ ਗਏ, 5 ਵਾਰ ਚੋਣਾਂ ਲੜੇ, 3 ਵਾਰ ਵਿਧਾਇਕ ਰਹੇ ਤੇ ਉਹਨਾਂ ਦੀ 6ਵੀਂ ਚੋਣ ਹੋਏਗੀ। ਸਾਡੇ ਨਾਲ ਕੋਟਕਪੂਰਾ ਤੋਂ ਉਮੀਦਵਾਰ ਐਲਾਨੇ ਜਾ ਚੁੱਕੇ ਮਨਤਾਰ ਸਿੰਘ ਬਰਾੜ ਮੌਜੂਦ ਨੇ, ਉਹਨਾਂ ਰੁਕਣਗੇ। ਬਰਾੜ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਧੰਨਵਾਦ ਜੀ, ਧੰਨਵਾਦ ਜੀ। ਤੇ ਤੁਸੀਂ 5 ਚੋਣਾਂ ਲੜ ਚੁੱਕੇ ਹੋ, ਇਹ ਤੁਹਾਡੀ 6ਵੀਂ ਚੋਣ ਹੈ, ਕਿੰਨੀ ਕੁ ਲੱਗ ਹੋਏਗੀ ਇਹ ਚੋਣ? ਦੇਖੋ ਜੀ, ਅੱਗੇ ਨਾਲੋਂ ਬਹੁਤ ਮਾਹੌਲ ਦਾ ਫਰਕ ਪੈ ਗਿਆ। ਜਦੋਂ ਮੈਂ ਪਹਿਲੀ ਚੋਣ ਲੜੀ ਸੀ ਉਦੋਂ ਪਿੰਡ ਦੇ ਵਿੱਚ ਚੋਣਵੇਂ ਬੰਦੇ ਹੁੰਦੇ ਸੀਗੇ, ਜਿਹੜੇ ਆਗੂ ਹੁੰਦੇ ਸੀਗੇ, ਤੇ ਅੱਜ ਹਰ ਪਿੰਡ ਦੇ ਵਿੱਚ ਹਰ ਘਰ ਦੇ ਵਿੱਚ ਹੀ ਆਗੂ ਹੈਗਾ। ਇਸ ਕਰਕੇ ਹੁਣ ਥੋੜੀ ਜਿਹੀ ਮਿਹਨਤ ਜ਼ਿਆਦਾ ਕਰਨੀ ਪੈਂਦੀ ਹੈ, ਹਰ ਇੱਕ ਨੂੰ ਅਪਰੋਚ ਕਰਨਾ ਪੈਂਦਾ ਹੈ। ਤੇ ਜੇ ਮਨਤਾਰ ਬਰਾੜ ਨੂੰ ਇੱਕ ਸਮਾਂ ਦਿੱਤਾ ਗਿਆ ਹੁੰਦਾ, ਇੱਛਾ ਦਿੱਤੀ ਗਈ ਹੁੰਦੀ, ਤਾਂ ਆਪਣੇ ਇੱਛਾ ਦੇ ਮੁਤਾਬਕ ਕਿਹੜਾ ਹਲਕਾ ਚੂਜ਼ ਕਰਦੇ? ਇਹ ਸਾਡਾ ਜਿਹੜਾ ਕੋਟਕਪੂਰਾ ਹਲਕਾ ਹੈ, ਪਹਿਲਾਂ ਮੇਰੇ ਫਾਦਰ ਸਾਹਿਬ ਇੱਥੋਂ ਇਲੈਕਸ਼ਨ ਲੜੇ ਆ ਜੀ। 1972 'ਚ ਉਹ ਇਲੈਕਸ਼ਨ ਲੜੇ, ਉਹ ਜਿੱਤੇ ਔਰ ਵਿਰੋਧੀ ਧਿਰ ਦੇ ਨੇਤਾ ਵੀ ਰਹੇ ਅਕਾਲੀ ਦਲ ਦੇ 1972 ਤੋਂ ਲੈ ਕੇ 77 ਤੱਕ। ਫਿਰ ਉਹ 77 ਦੇ ਵਿੱਚ ਚੋਣ ਲੜੇ ਤੇ 77 ਦੇ ਵਿੱਚ ਉਹ ਵੱਡੇ ਮਾਰਜਨ ਨਾਲ ਹਿੰਦੁਸਤਾਨ 'ਚੋਂ ਸਭ ਤੋਂ ਵੱਧ ਵੋਟਾਂ ਲੈ ਕੇ ਨੰਦਨੀ ਸਤਪਥੀ ਇੱਕ ਮੁੱਖ ਮੰਤਰੀ ਹੋਈ ਕਿਸੇ ਸਟੇਟ ਦੀ, ਉਹਨਾਂ ਦੀਆਂ ਵੋਟਾਂ ਸਭ ਤੋਂ ਵੱਧ ਸੀ। 2 ਨੰਬਰ 'ਤੇ ਮੇਰੇ ਫਾਦਰ ਸਾਹਿਬ ਦੀਆਂ ਵੋਟਾਂ ਸੀ, ਜਿੱਤੇ ਸੀਗੇ ਉਹ। ਔਰ ਉਸ ਤੋਂ ਬਾਅਦ ਉਹ 80 ਤੋਂ ਕੋਟਕਪੂਰੇ ਤੋਂ ਚੋਣ ਨਹੀਂ ਲੜੇ, ਉਹ ਫਰੀਦਕੋਟ ਤੋਂ ਲੜੇ ਸੀ, ਉੱਥੋਂ ਉਹਨਾਂ ਨੂੰ ਹਾਰ ਦਾ ਸਾਹਮਣਾ ਦੇਖਣਾ ਪਿਆ ਸੀ। ਉਸ ਤੋਂ ਬਾਅਦ ਫਿਰ ਮੇਰੇ ਫਾਦਰ ਸਾਹਿਬ ਨੂੰ ਅਧਰੰਗ ਦਾ ਅਟੈਕ ਹੋ ਗਿਆ 82 ਦੇ ਵਿੱਚ। ਉਦੋਂ ਬਾਅਦ ਉਹ ਐਕਟਿਵ ਪੋਲੀਟਿਕਸ 'ਚ ਪਾਰਟੀਸਪੇਟ ਨਹੀਂ ਕਰ ਸਕੇ। ਮੈਂ ਉਦੋਂ ਬੜਾ ਛੋਟਾ ਸੀਗਾ ਤੇ ਕਿਉਂਕਿ ਅਸੀਂ ਪੋਲੀਟੀਕਲ ਫੈਮਿਲੀ ਸੀਗੇ ਤੇ ਲੋਕ ਆ ਜਿਹੜੇ ਪਿਆਰ ਸਤਿਕਾਰ ਕਰਦੇ ਸੀਗੇ, ਸਾਦੇ ਸੀਗੇ ਫੰਕਸ਼ਨਾਂ ਦੇ ਉੱਤੇ। ਔਰ ਜਦੋਂ ਉੱਥੇ ਫੰਕਸ਼ਨਾਂ ਦੇ ਉੱਤੇ ਜਾਈਦਾ ਸੀਗਾ ਤੇ ਉਹ ਮੇਰੇ ਫਾਦਰ ਸਾਹਿਬ ਨੇ ਕਹਿਣਾ ਕਿ ਕਾਕਾ ਤੂੰ ਜਾਇਆ, ਨਾਲੇ ਤਾਂ ਮੈਂ ਆਪਦੀ ਪੜ੍ਹਾਈ ਵੀ ਜਾਰੀ ਰੱਖੀ, ਨਾਲ ਵਿੱਚੋਂ ਟਾਈਮ ਕੱਢ ਕੇ ਮੈਂ ਜਿਹੜੇ ਹਲਕੇ ਦੇ ਵਿੱਚ ਕੋਈ ਫੰਕਸ਼ਨ ਹੁੰਦੇ ਸੀ, ਵਿਆਹ ਦਾ, ਸ਼ਾਦੀ ਦਾ ਜਾਂ ਕੋਈ ਹੋਰ ਸਮਾਜਿਕ ਫੰਕਸ਼ਨ ਹੁੰਦਾ ਸੀਗਾ, ਉੱਥੇ ਮੈਂ ਜਾਣ ਲੱਗ ਗਿਆ। ਇਸ ਤਰੀਕੇ ਨਾਲ ਮੈਂ ਪੋਲੀਟਿਕਸ ਦੇ ਵਿੱਚ ਆ ਗਿਆ।
ਤੇ ਇਸ ਵਾਰ ਕਿਹੜੇ ਉਹ ਮੁੱਦੇ ਹੋਣਗੇ ਜਿਨ੍ਹਾਂ ਨੂੰ ਲੈ ਕੇ ਮਨਤਾਰ ਬਰਾੜ ਲੋਕਾਂ ਦੇ ਵਿੱਚ ਜਾਣਗੇ, ਲੋਕ ਉਹਨਾਂ ਨੂੰ ਸੁਣਨਗੇ ਤੇ ਉਹਨਾਂ ਨੂੰ ਵੋਟਾਂ ਦੇਣਗੇ? ਪਹਿਲਾਂ ਤਾਂ ਵਿਕਾਸ ਦਾ ਮੁੱਦਾ। ਅਸੀਂ ਮੈਂ ਕਹਿ ਸਕਦਾ ਹਾਂ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਯਤਨਾਂ ਸਦਕਾ, ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਯਤਨਾਂ ਸਦਕਾ ਅਸੀਂ ਵਿਕਾਸ ਬਹੁਤ ਕਰਾਇਆ ਕੋਟਕਪੂਰੇ ਹਲਕੇ ਦੇ ਵਿੱਚ। ਘੱਟੋ ਘੱਟ 650 ਕਰੋੜ ਰੁਪਈਆ ਲਵਾਇਆ ਹੋਣਾ ਕੋਟਕਪੂਰੇ ਹਲਕੇ ਦੇ ਵਿੱਚ। ਔਰ ਇਸ ਤੋਂ ਇਲਾਵਾ ਡਿਵੈਲਪਮੈਂਟ ਦੇ ਵਿੱਚ ਕੋਟਕਪੂਰੇ ਅਸੀਂ ਤਹਿਸੀਲ ਬਣਾਈ, ਕੋਟਕਪੂਰੇ ਪੁਲ ਬਣਾਏ 2, ਕੋਟਕਪੂਰੇ ਅਸੀਂ ਗ੍ਰਿਡ ਬਣਾਏ, ਸ਼ਹਿਰ ਦੇ ਵਿੱਚ ਵੀ ਗ੍ਰਿਡ ਨਵਾਂ ਬਣਾਇਆ 132 kV ਦਾ, ਤੇ ਪਿੰਡਾਂ ਦੇ ਵਿੱਚ ਵੀ ਕਲੀਅਰ ਬਣਾਇਆ, ਮੋੜ ਬਣਾਇਆ। ਪਹਿਲਾਂ ਵੀ ਜਿਹੜੇ ਗ੍ਰਿਡ ਬਣੇ ਹੋਏ ਸੀਗੇ ਉਹ ਅਕਾਲੀ ਸਰਕਾਰ ਦੇ ਸਮੇਂ ਬਣੇ। ਕੋਟ ਸੁਖੀਆ ਪਿੰਡ ਬਣਿਆ, ਫਿੱਡੇ ਪਿੰਡ ਬਣਿਆ। ਬਿਜਲੀ ਦੇ ਖੇਤਰ ਦੇ ਵਿੱਚ ਡਿਵੈਲਪਮੈਂਟ ਬਹੁਤ ਕੀਤੀ। ਸ਼ਹਿਰ ਦੇ ਵਿੱਚ ਤਾਰਾਂ ਸਾਰੀਆਂ ਬਦਲਣ ਵਾਸਤੇ 9 ਕਰੋੜ ਰੁਪਈਆ ਦਿੱਤਾ ਸ਼ਹਿਰ ਨੂੰ। ਇਵੇਂ ਇੱਕ ਆਪਣਾ ITI ਹੈ ਸਾਡੀ ਲੜਕੀਆਂ ਦੀ, ਉਹ ਸਰਕਾਰੀ ਬਿਲਡਿੰਗ ਸੀਗੀ, ਮਿਊਨਿਸਪਲ ਕਮੇਟੀ ਦਾ ਪੁਰਾਣਾ ਦਫ਼ਤਰ ਸੀਗਾ, ਉਹ PWD ਨੇ ਉਸ ਦਫ਼ਤਰ ਨੂੰ ਅਨਸੇਫ ਡਿਕਲੇਅਰ ਕਰਤਾ ਸੀਗਾ ਤੇ ਉਹ 4 ਸਾਲ ਬੰਦ ਪਈ ਰਹੀ ITI। ਫਿਰ 4.5 ਕਰੋੜ ਰੁਪਈਆ ਲਾ ਕੇ ਨਵੀਂ ITI ਬਣਾਈ। ਫਿਰ ਇਸੇ ਤਰ੍ਹਾਂ ਹੀ ਸਿਵਲ ਹਸਪਤਾਲ ਦੀ ਸਾਰੀ ਬਿਲਡਿੰਗ ਹੈ ਜਿਹੜੀ ਉਹ ਨਵੀਂ ਖੜੀ ਕੀਤੀ, ਸਾਰੀ 5 ਕਰੋੜ ਰੁਪਈਆ ਘੱਟੋ ਘੱਟ ਲਾਇਆ। 4.5 ਕਰੋੜ ਰੁਪਈਆ ਪਹਿਲਾਂ ਲਾਇਆ ਸੀ, 5 ਕਰੋੜ ਰੁਪਈਆ ਬਾਅਦ ਦੇ ਵਿੱਚ ਲਾਇਆ। ਫਿਰ ਇਸੇ ਤਰ੍ਹਾਂ ਹੀ ਸ਼ਹਿਰ ਵਾਸਤੇ ਅਸੀਂ 23 ਕਰੋੜ ਰੁਪਈਆ ਮਿਊਨਿਸਪਲ ਕਮੇਟੀ ਨੂੰ ਦਿੱਤਾ, ਜਿਹੜੀਆਂ ਜਿੱਥੇ ਸੀਵਰੇਜ ਪਹਿਲਾਂ ਪਿਆ ਵਾ ਸੀਗਾ ਉਹ ਸਭ ਗਲੀਆਂ ਬਣਾਉਣ ਵਾਸਤੇ ਤੇ ਸਟਰੀਟ ਲਾਈਟ ਵਾਸਤੇ। ਇਸੇ ਤਰ੍ਹਾਂ ਹੀ 116 ਕਰੋੜ ਰੁਪਈਏ ਦਾ ਪ੍ਰੋਜੈਕਟ ਅਸੀਂ ਸੀਵਰੇਜ ਦਾ ਲੈ ਕੇ ਆਂਦਾ 2016 ਜਨਵਰੀ ਦੇ ਵਿੱਚ, ਔਰ ਉਹਦਾ ਕੰਮ ਲਗਭਗ ਅਸੀਂ ਸਾਡੇ 2017 ਦੀ ਇਲੈਕਸ਼ਨ ਤੋਂ ਪਹਿਲਾਂ 35-37% ਕੰਮ ਅਸੀਂ ਕਰਾ ਲਿਆ ਸੀਗਾ, ਤੇ ਉਸ ਤੋਂ ਬਾਅਦ ਫਿਰ ਉਹ ਸਲੋ ਹੋ ਗਿਆ। ਇਸ ਦੇ ਨਾਲ ਮੈਂ 90 ਕਰੋੜ ਰੁਪਈਆ ਨਵੀਆਂ ਕੱਸੀਆਂ ਤੇ ਨਵੇਂ ਸੂਏ ਬਣਾਉਣ ਵਾਸਤੇ ਜਾਂ ਸੂਇਆਂ ਦੀ ਰਿਪੇਅਰ ਵਾਸਤੇ ਖਰਚ ਕੀਤਾ। ਪਾਣੀ ਦੀ ਕਮੀ ਨਹੀਂ ਇਲਾਕੇ 'ਚ ਆਉਣ ਦਿੱਤੀ। ਇਸੇ ਤਰ੍ਹਾਂ ਹੀ 63 ਕਰੋੜ ਰੁਪਈਆ ਜੋ ਪੱਕੇ ਖਾਲ ਆ ਕੋਟਕਪੂਰੇ ਹਲਕੇ ਦੇ ਵਿੱਚ ਉਹਨਾਂ ਦੇ ਉੱਤੇ ਲਾਇਆ। ਇਸੇ ਤਰ੍ਹਾਂ ਹੀ ਅੰਡਰਗਰਾਊਂਡ ਪਾਈਪਾਂ ਜਿਹੜੀਆਂ ਸੋਇਲ ਕੰਜ਼ਰਵੇਸ਼ਨ ਮਹਿਕਮਾ ਪਾਉਂਦਾ, ਐਗਰੀਕਲਚਰ ਦੇ ਅਧੀਨ ਆਉਂਦਾ ਮਹਿਕਮਾ, ਲਗਭਗ ਉਹ 36 ਕਰੋੜ ਰੁਪਈਏ ਦੀਆਂ ਪਾਈਪਾਂ ਸਾਡੇ ਹਲਕੇ ਦੇ ਵਿੱਚ ਅਸੀਂ ਪਵਾਈਆਂ। ਅਨੇਕਾਂ ਮੋਗੇ ਲਵਾ ਕੇ ਦਿੱਤੇ, ਲਿਫਟ ਪੰਪ ਲਵਾ ਕੇ ਦਿੱਤੇ। 47 ਲਿਫਟ, ਪਹਿਲਾਂ 5 ਲਿਫਟ ਪੰਪ ਸੀ ਸਾਰੇ, ਮੈਂ 47 ਲਿਫਟ ਪੰਪ ਨਵੇਂ ਲਵਾਏ ਆਪਦੇ ਹਲਕੇ ਦੇ ਵਿੱਚ। ਨਹਿਰ ਦੇ ਵਿੱਚੋਂ ਜਿਹੜਾ ਸਿੱਧੀ ਸਿੰਚਾਈ ਜ਼ਮੀਨਾਂ ਨੂੰ ਨਹਿਰੀ ਪਾਣੀ ਮਿਲ ਸਕੇ, ਔਰ ਉਹ ਜ਼ਮੀਨ ਜਿਹੜੀ ਜ਼ਮੀਨ 20,000 'ਚ ਵੀ ਠੇਕੇ 'ਤੇ ਨਹੀਂ ਸੀ ਲੱਗਦੀ, ਜਾਂ ਜਿੱਥੇ 20-25,000 ਦੀ ਫਸਲ ਨਹੀਂ ਸੀ ਹੁੰਦੀ, ਉਹ 60-60,000 ਦੇ ਠੇਕੇ 'ਤੇ ਲੱਗਣ ਲੱਗੀ ਤੇ ਉੱਥੇ ਪੂਰੀ ਫਸਲ ਹੋਣ ਲੱਗੀ। ਤੁਸੀਂ ਕਹਿ ਰਹੇ ਹੋ ਕਿ ਤੁਸੀਂ ਵਿਕਾਸ ਪ੍ਰੋਜੈਕਟ ਲਿਆਂਦੇ, ਸੀਵਰੇਜ ਦਾ ਕੰਮ ਹੈ ਜਿਹੜਾ ਨੇਪਰੇ ਚਾੜਿਆ, ਪੀਣ ਵਾਲੇ ਪਾਣੀ ਦੀ ਲੋਕਾਂ ਨੂੰ ਸਹੂਲਤ ਦਿੱਤੀ ਗਈ, ਪਰ ਤੁਹਾਡੇ ਕੋਟਕਪੂਰੇ ਦੇ ਵਿੱਚ ਪ੍ਰੇਮ ਨਗਰ ਲੈ ਲਓ, ਦੁਆਰਿਆਣਾ ਰੋਡ ਲੈ ਲਓ, ਉੱਥੇ ਹਲੇ ਵੀ ਸੀਵਰੇਜ ਦੀ ਸਮੱਸਿਆ ਬਹੁਤ ਹੈ। ਇਸ ਤਰ੍ਹਾਂ ਨਾ ਜੀ, ਮੈਂ ਜਦੋਂ ਦੱਸਿਆ ਤੁਹਾਨੂੰ ਵੀ ਅਸੀਂ ਜਨਵਰੀ-ਫਰਵਰੀ 'ਚ ਕੰਮ ਸਟਾਰਟ ਕੀਤਾ ਸੀਗਾ, ਇਹ ਸਾਡਾ ਕੰਪਨੀ ਨਾਲ ਜਿਹੜਾ ਐਗਰੀਮੈਂਟ ਸੀਗਾ ਉਹ 31 ਮਾਰਚ 2019 ਤੱਕ ਕੰਪਲੀਸ਼ਨ ਦਾ ਸੀਗਾ। ਇਹ ਸ਼ਪੂਰ ਜੀ ਭੁੱਲਣ ਜੀ ਕੰਪਨੀ ਹੈ, ਟਾਟਾ ਵਾਲਿਆਂ ਦੀ ਹੈ ਕੰਪਨੀ, ਇਹ ਉਹਨਾਂ ਕੋਲੇ ਸੀਗਾ ਟੈਂਡਰ। ਇਹ ਬਦਕਿਸਮਤੀ ਨਾਲ ਸਾਡੀ ਸਰਕਾਰ ਚਲੀ ਗਈ, ਨਹੀਂ ਤਾਂ ਇਹ ਕੰਮ ਨੇਪਰੇ ਚੜ ਜਾਣਾ ਸੀ। ਫਿਰ ਕੰਮ ਲੇਟ ਕਿਉਂ ਸ਼ੁਰੂ ਕੀਤਾ ਗਿਆ? ਪਹਿਲਾਂ ਤੋਂ ਸ਼ੁਰੂ ਕਰਨਾ ਚਾਹੀਦਾ। ਪਹਿਲਾਂ ਇਹ ਐਕਚੁਅਲੀ ਕੀ ਹੈ ਕਿ 2015 ਦੇ ਵਿੱਚ ਇਹਦੀਆਂ ਸਾਡੀਆਂ ਮੀਟਿੰਗਾਂ ਹੋ ਗਈਆਂ ਸੀਗੀਆਂ, 2015 ਸ਼ੁਰੂ ਕਰਨਾ ਸੀਗਾ। ਫਿਰ ਅਚਨਚੇਤ ਜਿਹੜੀ ਉਹ ਘਟਨਾ ਵਾਪਰ ਗਈ, ਜਿਹੜੀ ਬਰਗਾੜੀ ਵਾਲੀ ਘਟਨਾ ਹੈ, ਤੇ ਉਹਦੇ ਕਰਕੇ ਸਾਡਾ ਕੰਮ ਹੈ ਜਿਹੜਾ ਉਹ ਡਿਲੇ ਹੋ ਗਿਆ। ਫਿਰ ਤਾਂ ਲੇਟ ਚਾਲੂ ਹੋਇਆ, ਨਹੀਂ ਤਾਂ ਸ਼ਾਇਦ ਪਹਿਲਾਂ ਹੀ ਹੋ ਜਾਣਾ ਸੀਗਾ। ਆਪਾਂ ਜੇ ਫੋਕਲ ਪੁਆਇੰਟ ਦੀ ਗੱਲ ਕਰੀਏ, ਤੁਸੀਂ ਵੀ ਲੈ ਕੇ ਆਏ ਸੀ ਫੋਕਲ ਪੁਆਇੰਟ? ਨਹੀਂ, ਫੋਕਲ ਪੁਆਇੰਟ ਮੇਰੇ ਤੋਂ ਪਹਿਲਾਂ ਦਾ ਆਇਆ ਵਾ ਜੀ, ਪਰ ਫੋਕਲ ਪੁਆਇੰਟ ਦੀ ਹਾਲਤ ਬੜੀ ਖਸਤਾ ਸੀ। ਉਹਦੇ ਵਾਸਤੇ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਇੱਥੇ ਬੁਲਾਇਆ ਸੀਗਾ, ਔਰ ਉਹਨਾਂ ਕੋਲ ਇੰਡਸਟਰੀ ਮਹਿਕਮਾ ਵੀ ਸੀਗਾ, ਤੇ ਉਹਨਾਂ ਨੇ ਫੋਕਲ ਪੁਆਇੰਟ ਜਿਹੜਾ ਉਹਨਾਂ ਨੇ ਸਾਨੂੰ 3.5 ਕਰੋੜ ਰੁਪਇਆ ਦਿੱਤਾ ਸੀਗਾ ਫੋਕਲ ਪੁਆਇੰਟ ਸੀਵਰੇਜ ਪਾਉਣ ਵਾਸਤੇ ਤੇ ਪਲੱਸ ਉਹਦੀਆਂ ਸੜਕਾਂ ਬਣਾਉਣ ਵਾਸਤੇ। ਉਹ ਅਸੀਂ ਬਣਾਈਆਂ ਸੀਗੀਆਂ। ਬਦਕਿਸਮਤੀ ਨਾਲ ਜਦੋਂ ਸਰਕਾਰ ਚਲੀ ਗਈ, ਸਾਡੇ ਵੱਲੋਂ ਇੱਕ ਪ੍ਰੋਜੈਕਟ ਬਣ ਕੇ ਜਾ ਵੜਿਆ। ਇੱਕ ਰੇਲਵੇ ਦੀ ਲਾਈਨ ਹੈ ਜਿਹੜੀ ਮੁਕਤਸਰ ਨੂੰ ਜਾਂਦੀ ਹੈ, ਉਹਦੀ ਕ੍ਰਾਸਿੰਗ ਹੋਣੀ ਸੀ। ਉਹਦੀ ਕ੍ਰਾਸਿੰਗ ਦੇ ਉੱਤੇ ਸਾਨੂੰ 1.5 ਸਾਲ ਲੱਗ ਗਿਆ। ਸਾਰਾ ਫੋਕਲ ਪੁਆਇੰਟ ਉਹਦੇ 'ਚ ਫੋਕਲ ਪੁਆਇੰਟ ਦੇ ਵਿੱਚ ਸੀਵਰੇਜ ਪੈ ਗਿਆ ਸੀਗਾ, ਤੇ ਉਹ ਫਿਰ ਬਹੁਤ ਲੇਟ ਆਈ ਮਨਜ਼ੂਰੀ। ਤੇ ਉਦੋਂ ਅੱਗੇ ਫਿਰ ਜਿਹੜਾ ਸ਼ਹਿਰ ਦਾ ਸੀਵਰੇਜ ਪਾਉਣਾ ਸੀਗਾ, ਸਰਕਾਰ ਚੇਂਜ ਹੋ ਗਈ, ਉਹ ਸੀਵਰੇਜ ਨਾ ਪੈ ਸਕਿਆ। ਮਤਲਬ ਇਹ ਕੰਮ ਵੀ ਪਿਛਲੇ ਜਦੋਂ ਥੋੜਾ ਜਿਹਾ ਟਾਈਮ ਰਹਿ ਗਿਆ ਉਦੋਂ ਸ਼ੁਰੂ ਕੀਤਾ ਗਿਆ, ਸਾਲ ਰਹਿ ਗਿਆ ਸੀਗਾ ਜੀ। ਮਤਲਬ ਇਸ ਤਰ੍ਹਾਂ ਕਿਉਂ ਹੁੰਦਾ ਕਿ ਜੋ ਕੰਮ ਸ਼ੁਰੂਆਤ ਵਿੱਚ ਹੀ ਕਰ ਦੇਣੇ ਚਾਹੀਦੇ ਨੇ ਉਹ ਬਾਅਦ ਵਿੱਚ ਕਿਉਂ ਹੁੰਦੇ ਨੇ? ਖਾਸੇ ਲੇਟ ਹੋਏ, ਲੋਕ ਪਰੇਸ਼ਾਨ ਹੋਏ। ਨਹੀਂ, ਐਸਾ ਹੈ ਜੀ ਕਿ ਪਹਿਲਾਂ ਇਹ ਕੋਈ ਵਿਉਂਤ ਨਹੀਂ ਸੀਗੀ ਕਿ ਸੀਵਰੇਜ ਦੀ ਜਿਹੜੀ ਹੈਗੀ ਆ, ਇਹ ਸੀਗਾ ਕਿ ਸ਼ਹਿਰ ਨੂੰ ਪੈਸੇ ਦੇ ਦਿੰਦੇ ਆ ਤੇ ਸ਼ਹਿਰ ਦੇ ਵਿੱਚ ਗਲੀਆਂ ਗੁਲੀਆਂ ਸਾਰੀਆਂ ਨਵੀਆਂ ਬਣਾਉਂਦੇ। ਜਿਹੜਾ ਸੀਵਰੇਜ ਪਹਿਲਾਂ ਐਗਜ਼ਿਸਟਿੰਗ ਹੈ, ਜਿਹੜਾ ਚੱਲ ਰਿਹਾ 37% ਸੀਵਰੇਜ ਸੀ ਜਿਹੜਾ ਪਹਿਲਾਂ ਪਿਆ ਸੀਗਾ। ਲੇਕਿਨ ਸਾਰਿਆਂ ਨੇ ਡਿਮਾਂਡ ਕੀਤੀ ਕਿ ਆਪਾਂ ਪੈਸੇ ਦਾ ਵੀ ਅਰੇਂਜ ਕਰਨਾ ਹੁੰਦਾ ਜੀ। ਹੁਣ ਟੋਟਲ ਪੰਜਾਬ ਵਾਸਤੇ ਮੇਰਾ ਖਿਆਲ ਲਗਭਗ 5500 ਕਰੋੜ ਰੁਪਈਆ ਰੱਖਿਆ ਸੀਗਾ ਜੀ ਸਾਡਾ। ਇਹਦੇ ਲਈ ਜਿਹੜੇ ਉਹ ਆਪਣੇ ਕਲਸਟਰ ਬਣਾਏ ਗਏ ਸੀਗੇ। ਸਾਡਾ ਫਰੀਦਕੋਟ ਦਾ, ਕੋਟਕਪੂਰੇ ਦਾ ਤੇ ਜੈਤੋ ਦਾ ਇੱਕੋ ਜਿਹੜਾ ਗਰੁੱਪ ਸੀਗਾ, ਕਲਸਟਰ ਬਣਿਆ ਸੀਗਾ। ਇਹਦਾ 272 ਕਰੋੜ ਰੁਪਏ ਦਾ ਪ੍ਰੋਜੈਕਟ ਸੀਗਾ। 116-17 ਕਰੋੜ ਰੁਪਏ ਫਰੀਦਕੋਟ 'ਤੇ ਲੱਗਣੇ ਸੀ,
116-17 ਕਰੋੜ ਰੁਪਏ ਉਹ ਕੋਟਕਪੂਰੇ ਤੇ ਲੱਗਣੇ ਸੀ, ਕੋਈ ਲਗਭਗ 50 ਕਰੋੜ 55 ਕਰੋੜ ਰੁਪਏ ਜੇਤੂ ਦੇ ਵਿੱਚ ਲੱਗਣੇ ਸੀਗੇ। ਇਸ ਕਰਕੇ ਪੈਸੇ ਦਾ ਵੀ ਇੰਤਜ਼ਾਮ ਕਰਨਾ ਹੁੰਦਾ, ਥੋੜ੍ਹਾ ਬਹੁਤਾ ਡਿਲੇ ਇਸ ਕਰਕੇ ਵੀ ਹੋ ਜਾਂਦਾ ਹੈ ਜੀ। ਤੇ ਇੱਕ ਕੰਪਲੈਕਸ ਬਣਾਉਣ ਦੀ ਵੀ ਗੱਲ ਚੱਲੀ ਸੀ, ਕੋਟਕਪੂਰਾ ਬੱਤੀਆਂ ਵਾਲੇ ਚੌਂਕ ਤੋਂ ਰੇਹੜੀ ਫੜੀ ਵਾਲਿਆਂ ਨੂੰ ਉਠਾ ਦਿੱਤਾ ਗਿਆ ਸੀ ਕਿ ਇੱਕ ਕੰਪਲੈਕਸ ਬਣਾਉਣਾ ਹੈ, ਉਹ ਪ੍ਰੋਜੈਕਟ ਕਿੱਥੇ ਕੁ ਤੱਕ ਹੈ? ਨਹੀਂ, ਸਾਡੇ ਵੇਲੇ ਕੰਪਲੈਕਸ ਦੀ ਕੋਈ ਗੱਲ ਨਹੀਂ ਸੀ ਚੱਲੀ। ਬੱਤੀਆਂ ਵਾਲਿਆਂ ਨੂੰ, ਰੇਹੜੀ ਵਾਲਿਆਂ ਨੂੰ ਜਿਹੜਾ ਹੈਗਾ ਪੁਲਿਸ ਦੇ ਟ੍ਰੈਫਿਕ ਪੁਲਿਸ ਵਾਲਿਆਂ ਨੇ ਹਟਾਇਆ ਸੀਗਾ, ਉਹ ਮੰਡੀ ਦੇ ਵਿੱਚ ਬੈਠਦੇ ਸੀਗੇ। ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਰੇਲਵੇ ਲਾਈਨ ਦੇ ਨਾਲ ਜਿਹੜਾ ਹੈਗਾ ਉਹਨਾਂ ਨੂੰ ਚੇਂਜ ਕਰਕੇ ਉੱਥੋਂ ਰੇਲਵੇ ਲਾਈਨ ਦੇ ਉੱਤੇ ਮੇਨ ਬਾਜ਼ਾਰ 'ਚੋਂ ਚੱਕ ਕੇ ਉਹਨਾਂ ਨੂੰ ਰੇਲਵੇ ਲਾਈਨ ਦੇ ਨਾਲ ਉਹ ਜਿਹੜੀਆਂ ਉਹਨਾਂ ਨੂੰ ਜਗ੍ਹਾ ਦਿੱਤੀ ਸੀ, ਅਲਾਟ ਕਰਤੀ ਸੀ, ਔਰ ਉੱਥੇ ਉਹਨਾਂ ਨੇ ਆਪਦੇ ਸ਼ੈੱਡ ਬਣਾਏ ਆ ਜੀ, ਜਿਹੜੇ ਹੈਗੇ ਉਹਨੇ ਮਿਊਨਿਸਪਲ ਕਮੇਟੀ ਨੇ ਬਣਾ ਕੇ ਜਗ੍ਹਾ ਦਿੱਤੀ ਉਹਨਾਂ ਨੂੰ ਜਿਹੜੀ ਹੈਗੀ ਹੈ, ਤੇ ਸ਼ੈੱਡ ਉਹਨਾਂ ਨੇ ਆਪਣੇ ਆਪ ਬਣਾਏ ਆ। ਤੇ ਇੱਕ ਹੋਰ ਵੀ ਕਿ 70 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਆਪਣੇ ਦੇਸ਼ ਨੂੰ ਆਜ਼ਾਦ ਹੋਇਆ, ਲੋਕਾਂ ਨੂੰ ਰੰਜ ਹੈ ਕਿ ਸਾਡੇ ਏਰੀਏ ਦੇ ਵਿੱਚ, ਸਾਡੇ ਇਲਾਕੇ ਦੇ ਵਿੱਚ ਕੋਈ ਫੈਕਟਰੀ ਨਹੀਂ ਲਿਆਂਦੀ ਗਈ, ਸਿਆਸਤਦਾਨ ਬਹੁਤ ਆਏ, ਔਰ ਦੂਸਰਾ ਕੋਟਕਪੂਰਾ ਕੋਟਨ ਹੱਬ ਦੇ ਵਜੋਂ ਜਾਣਿਆ ਜਾਂਦਾ ਸੀ। ਇਸ ਵਕਤ ਕੋਟਕਪੂਰਾ ਦੇ ਵਿੱਚ ਕੋਈ ਫੈਕਟਰੀ ਨਹੀਂ ਹੈ। ਇਸ ਤਰ੍ਹਾਂ ਹੈ ਕਿ ਜਿਹੜੀ ਆ ਰਿਫਾਈਨਰੀ ਹੈ, ਇਹ ਬੀੜ ਸਿੱਖਾਂ ਵਾਲੇ 'ਚ ਮਤਲਬ ਇੱਥੇ ਲਾਉਣੀ ਚਾਹੁੰਦੇ ਸੀਗੇ ਅਸੀਂ, ਲੇਕਿਨ ਲੋਕਲ ਵਿਰੋਧ ਹੋ ਗਿਆ। ਲੋਕਲ ਵਿਰੋਧ ਕਰਕੇ ਫਿਰ ਇਹ ਫੈਕਟਰੀ ਇੱਥੇ ਨਹੀਂ ਲੱਗ ਸਕੀ, ਨਹੀਂ ਤਾਂ ਸ਼ਾਇਦ ਲੱਗ ਜਾਂਦੀ ਹੈ। ਤੇ ਆਪਾਂ ਹੁਣ ਦੂਸਰੇ ਜੇ ਗੱਲ ਕਰ ਲਈਏ ਤੇ ਜਿਸ ਤਰ੍ਹਾਂ ਕਿ ਇਲੈਕਸ਼ਨ ਨੇੜੇ ਨੇ, ਤੁਸੀਂ ਆਪਣੇ ਮੁੱਦੇ ਵੀ ਦੱਸੇ ਕਿ ਆਹ ਮੁੱਦੇ ਲੈ ਕੇ ਅਸੀਂ ਲੋਕਾਂ ਦੇ ਵਿੱਚ ਜਾਵਾਂਗੇ। ਤੁਸੀਂ ਪੰਚਾਇਤ ਵਿਭਾਗ ਦੇ ਮੁੱਖ ਪਾਰਲੀਮੈਂਟਰੀ ਸੈਕਟਰੀ ਵੀ ਰਹੇ ਹੋ, ਤੁਸੀਂ ਇਹੋ ਜਿਹਾ ਕਿਹੜਾ ਪ੍ਰੋਜੈਕਟ ਆ ਜਿਹੜਾ ਤੁਸੀਂ ਹੁਣ ਵੀ ਯਾਦ ਕਰਕੇ ਖੁਸ਼ ਹੁੰਦੇ, ਜਿਹੜਾ ਤੁਸੀਂ ਲੈ ਕੇ ਆਂਦਾ ਆਪਣੇ ਲੋਕਾਂ ਦੇ ਲਈ? ਅਸੀਂ ਦੇਖੋ ਜੀ, ਮੈਂ ਤੁਹਾਨੂੰ ਦੱਸ ਰਿਹਾ ਕਿ ਇੱਕ ਤਾਂ ਅਸੀਂ ਰੋਡਸ ਜਿਹੜੀਆਂ ਹੈਗੀਆਂ 18 ਫੁੱਟੀਆਂ ਉਹ ਬਹੁਤ ਬਣਾਈਆਂ ਪ੍ਰਧਾਨ ਮੰਤਰੀ ਯੋਜਨਾ ਵਾਲੀਆਂ। ਇੱਕ ਅਸੀਂ ਸਾਰੀਆਂ ਰੋਡਸ ਜਿਹੜੀਆਂ ਹੈਗੀਆਂ ਨਵੀਆਂ ਵੀ ਬਣਾਈਆਂ ਤੇ ਰਿਪੇਅਰ ਵੀ ਕੀਤੀਆਂ ਸਾਰੀਆਂ। ਇੱਕ ਮੈਂ ਤੁਹਾਨੂੰ ਦੱਸ ਕੇ ਹਟਿਆ ਕਿ ਜਿਵੇਂ ਆਹ ਨਹਿਰੀ ਪਾਣੀ ਵਾਲਾ ਹੋ ਗਿਆ, ਜਾਂ ਆਪਣਾ ਮੋਗੇ ਵਾਲਾ ਹੋ ਗਿਆ, ਜਾਂ ਪਹਿਲਾਂ ਮੈਂ ਦੱਸ ਕੇ ਹਟਿਆ ਤੁਹਾਨੂੰ, ਜਾਂ ਲਿਫਟ ਪੰਪ ਹੋ ਗਏ, ਇਹ ਬੜੀ ਲੋੜ ਸੀ ਲੋਕਾਂ ਦੀ। ਇਸ ਤੋਂ ਇਲਾਵਾ ਅਸੀਂ ਜਿਹੜੇ ਹੈਗੇ ਆ ਧਰਮਸ਼ਾਲਾਵਾਂ ਬਹੁਤ ਬਣਾਈਆਂ ਪਿੰਡਾਂ ਦੇ ਵਿੱਚ, ਸ਼ਹਿਰ ਦੇ ਵਿੱਚ ਵੀ। ਇਸੇ ਤਰ੍ਹਾਂ ਹੀ ਅਸੀਂ ਜਿਹੜਾ ਹੈਗਾ ਆਪਣਾ ਕੀ ਨਾਂ ਲੈਂਦੇ ਆ ਸੁਵਿਧਾ ਸੈਂਟਰ ਖੋਲ੍ਹੇ ਪਿੰਡਾਂ ਦੇ ਵਿੱਚ, ਬਹੁਤ ਸਹੂਲਤ ਦਿੱਤੀ ਪਿੰਡਾਂ ਵਾਸਤੇ। ਗੰਦੇ ਪਾਣੀ ਦੇ ਨਿਕਾਸ ਵਾਸਤੇ ਵੀ ਪੈਸੇ ਦਿੱਤੇ, ਗਲੀਆਂ ਵਾਸਤੇ ਵੀ ਪੈਸੇ ਦਿੱਤੇ, ਔਰ ਨੀਲੇ ਕਾਰਡ ਵੀ ਬਣਾ ਕੇ ਦਿੱਤੇ, ਔਰ ਪੈਨਸ਼ਨਾਂ ਵੀ ਲਵਾ ਕੇ ਦਿੱਤੀਆਂ। ਕੋਟਕਪੂਰੇ 'ਚ ਤਹਿਸੀਲ ਲੈ ਕੇ ਆਂਦੀ। ਕੋਟਕਪੂਰਾ ਵੱਡਾ ਸ਼ਹਿਰ ਹੈ, ਪਹਿਲਾਂ ਸਾਨੂੰ ਛੋਟੇ ਛੋਟੇ ਕੰਮਾਂ ਵਾਸਤੇ ਫਰੀਦਕੋਟ ਆਉਣਾ ਪੈਂਦਾ ਸੀਗਾ। ਇਹ 2011 ਦੇ ਵਿੱਚ ਇਹ ਤਹਿਸੀਲ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅਨਾਊਂਸ ਕੀਤੀ ਸੀਗੀ ਤੇ 2011 'ਚ ਇਹ ਤਹਿਸੀਲ ਬਣ ਗਈ ਸੀਗੀ। ਇਲੈਕਸ਼ਨ ਮੈਂ ਹੋਰ ਥੋੜ੍ਹਾ ਜਿਹਾ ਦੱਸਣਾ ਚਾਹੁੰਦਾ ਜੀ। ਇਸ ਤੋਂ ਇਲਾਵਾ ਇੱਕ ਪੋਲੀਟੈਕਨਿਕ ਕਾਲਜ ਹੈ, 7 ਪੋਲੀਟੈਕਨਿਕ ਕਾਲਜ ਹੈ ਪੰਜਾਬ 'ਚ ਬਣਨੇ ਸੀ ਨਵੇਂ ਸਰਕਾਰੀ, ਤੇ 20 ਕਰੋੜ ਰੁਪਈਆ ਲਾ ਕੇ ਅਸੀਂ ਇੱਕ ਪੋਲੀਟੈਕਨਿਕ ਕਾਲਜ ਵੀ ਕੋਟਕਪੂਰੇ ਲੈ ਕੇ ਆਂਦਾ। ਕੋਟਕਪੂਰੇ ਮਿਊਨਿਸਪਲ ਕਮੇਟੀ ਕੋਟਕਪੂਰੇ ਦੀ ਬੜੀ ਅਮੀਰ ਸੀ, ਪਹਿਲਾਂ ਤੇਲ ਦੇ ਡਿਪੂ ਹੁੰਦੇ ਸੀ ਇੱਥੇ, 94 ਦੇ ਵਿੱਚੋਂ ਚੱਕੇ ਗਏ ਤੇ ਬਹੁਤ ਔਕਟਰਾਏ ਆਉਂਦੀ ਸੀ। ਉਸ ਵਕਤ ਲਗਭਗ 5.25 ਕਰੋੜ ਰੁਪਈਆ ਜਿਹੜੀ ਚੁੰਗੀ ਆਉਂਦੀ ਸੀਗੀ, ਔਰ ਉਹ ਡਿਪੂ ਚੱਕੇ ਜਾਣ ਕਰਕੇ ਉਹ ਖਤਮ ਹੋ ਗਈ। ਫਿਰ ਕਿਉਂਕਿ ਚੁੰਗੀਆਂ ਵੀ ਠੇਕੇ 'ਤੇ ਹੋ ਗਈਆਂ ਤੇ ਆਪਣਾ ਮਤਲਬ ਆਮਦਨੀ ਘਟ ਗਈ। ਮਤਲਬ ਡਿਪੂ ਚੁੱਕੇ ਜਾਣ ਦਾ ਕਾਰਨ ਕੀ ਰਿਹਾ ਦਾਦਾ? ਉਹ ਇਹ ਸੈਂਟਰ ਗੌਰਮੈਂਟ ਦੀ ਪਾਲਿਸੀ ਸੀ ਜੀ, ਸੈਂਟਰ ਦੇ ਤੇਲ ਦੇ ਡਿਪੂ ਸੀ, ਕਿਉਂਕਿ ਉਹਨਾਂ ਨੇ ਪਾਈਪਲਾਈਨ ਪਾਤੀ ਸੀਗੀ ਬਠਿੰਡੇ ਤੱਕ, ਉਹ ਚੱਕ ਕੇ ਬਠਿੰਡੇ ਲੈ ਗਏ। ਫਿਰ ਪਾਈਪ ਅੱਗੇ ਟਰਾਂਸਪੋਰਟੇਸ਼ਨ ਰਾਹੀਂ ਆਉਂਦਾ ਸੀਗਾ ਤੇਲ, ਫਿਰ ਪਾਈਪਲਾਈਨ ਰਾਹੀਂ ਆਉਣ ਲੱਗ ਗਿਆ। ਤੇ ਇਹ ਡਿਪੂ ਜਿਹੜੇ ਸ਼ਹਿਰ ਦੇ ਵਿੱਚ ਸੀ, ਸ਼ਹਿਰ ਦੇ ਵਿੱਚ ਥੋੜ੍ਹੀ ਜਿਹੀ ਪਾਈਪਲਾਈਨ ਪਾਉਣੀ ਮੁਸ਼ਕਿਲ ਸੀਗੀ, ਇਸ ਕਰਕੇ ਡਿਪੂ ਚੱਕੇ ਗਏ ਸੀਗੇ। ਉਹ ਮੈਂ ਗੱਲ ਇਹ ਤਾਂ ਕਰਨੀ ਚਾਹੁੰਦਾ ਕਿ ਉਸ ਵਕਤ ਜਦੋਂ ਮਿਊਨਿਸਪਲ ਕਮੇਟੀ ਕੋਲ ਪੈਸੇ ਬਹੁਤ ਸੀਗੇ, ਤੇ ਅਸੀਂ ਸਾਡੇ ਉਸ ਵਕਤ ਪ੍ਰਧਾਨ ਸੀ ਅਜਮੇਰ ਸਿੰਘ ਮੱਕੜ, ਬਹੁਤ ਹੀ ਉਹ ਪੋਜ਼ੀਟਿਵ ਨੇਚਰ ਦੇ ਸੀਗੇ ਤੇ ਇੰਟੈਲੀਜੈਂਟ ਬੰਦੇ ਸੀਗੇ। ਉਹਨਾਂ ਨੇ ਸੋਚਿਆ, ਸਾਡੀ ਅਕਾਲੀ ਦਲ ਪਾਰਟੀ ਨਾਲ ਹੀ ਸੰਬੰਧਿਤ ਸੀਗੇ, ਉਹਨਾਂ ਨੇ ਸੋਚਿਆ ਕਿ ਆਪਾਂ ਨੂੰ ਕਾਲਜ ਬਣਾਉਣਾ ਚਾਹੀਦਾ। ਇਹ ਮੇਰੇ ਐਮਐਲਏ ਬਣਨ ਤੋਂ ਪਹਿਲਾਂ ਦੀਆਂ ਗੱਲਾਂ ਜੀ। ਉਹਨਾਂ ਨੇ ਸੋਚਿਆ ਕਿ ਸਾਨੂੰ ਕਾਲਜ ਬਣਾਉਣਾ ਚਾਹੀਦਾ। ਅਸੀਂ ਲਗਭਗ 17-18 ਏਕੜ ਦੇ ਵਿੱਚ ਸ਼ਹੀਦ ਭਗਤ ਸਿੰਘ ਡਿਗਰੀ ਕਾਲਜ ਬਣਾਇਆ, ਮਿਊਨਿਸਪਲ ਡਿਗਰੀ ਕਾਲਜ। ਔਰ ਜਦੋਂ ਡਿਪੂ ਚੱਕੇ ਗਏ, ਉਹਦੇ ਤੇ 1 ਕਰੋੜ ਤੇ 30 ਲੱਖ ਦਾ ਖਰਚਾ ਆਉਂਦਾ ਸੀ 94 ਦੇ ਵਿੱਚ। ਉਹ 3 ਸਾਲ ਕਾਲਜ ਜਿਹੜਾ ਬੰਦ ਰਿਹਾ, ਕਿਉਂਕਿ ਫਿਰ ਤਾਂ ਸਾਡੇ ਕੋਲ ਤਨਖਾਹਾਂ ਹੀ, ਮੁਲਾਜ਼ਮ ਬਹੁਤ ਸੀ ਸਾਡੇ ਕੋਲੇ, ਤਨਖਾਹਾਂ ਦੇਣ ਨੂੰ ਹੈ ਨਹੀਂ ਸੀਗੀਆਂ ਸਾਡੇ ਕੋਲੇ ਮਿਊਨਿਸਪਲ ਕਮੇਟੀ ਦੇ ਮੁਲਾਜ਼ਮਾਂ ਨੂੰ। ਉੱਧਰੋਂ ਫਿਰ ਪ੍ਰੋਫੈਸਰ ਜਿਹੜੇ ਲੱਗੇ ਆ ਜਾਂ ਉੱਥੇ ਸਟਾਫ ਹੈ, ਉਹਨੂੰ ਤਨਖਾਹ ਅਸੀਂ ਕਿੱਥੋਂ ਦੇ ਸਕਦੇ ਸੀ। ਉਹ ਕਾਲਜ ਬੰਦ ਹੋ ਗਿਆ। ਫਿਰ ਜਦੋਂ 97 'ਚ ਸਰਕਾਰ ਬਣੀ, 98 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਕੋਟਕਪੂਰੇ ਆਏ, ਅਸੀਂ ਉਹਨਾਂ ਨੂੰ ਵਿਜ਼ਿਟ ਕਰਾਇਆ ਉਹ ਕਾਲਜ, ਤੇ ਅਸੀਂ ਆਖਿਆ ਜੀ 1400 ਦੇ ਕਰੀਬ ਸਟੂਡੈਂਟ ਇੱਥੇ ਪੜ੍ਹਦੇ ਸੀਗੇ। ਜਦੋਂ ਕਾਲਜ ਚੱਕਿਆ ਗਿਆ, ਜਿਹੜੇ ਤਾਂ ਲੜਕੇ ਆ ਉਹਨਾਂ ਨੂੰ ਤਾਂ ਕਿਸੇ ਨੂੰ ਮੋਗੇ ਭੇਜਤਾ, ਕਿਸੇ ਨੂੰ ਮੁਕਤਸਰ ਭੇਜਤਾ, ਕੋਈ ਫਰੀਦਕੋਟ ਕਿਸੇ ਨੇ ਐਡਮਿਸ਼ਨ ਲੈ ਲਈ। ਲੜਕੀਆਂ ਸੀ ਜਿਹੜੀਆਂ, ਉਹ ਪਰਿਵਾਰ ਆ ਜਿਹੜੇ ਬਾਹਰ ਭੇਜਣ ਤੋਂ ਗੁਰੇਜ਼ ਕਰਦੇ ਸੀ। ਲੜਕੀਆਂ ਵਾਂਝੀਆਂ ਰਹਿ ਗਈਆਂ ਪੜ੍ਹਾਈ ਤੋਂ, ਵੀ ਜੇ ਤੁਸੀਂ ਇਹ ਸਾਨੂੰ ਕਾਲਜ ਜਿਹੜਾ ਸਰਕਾਰੀ ਕਰਦੇ ਹੋ। ਉਹ ਨਾਲ ਉਹਨਾਂ ਦੇ ਕੋਈ ਅਫੀਸਰ ਸੀ, ਉਹ ਕਹਿੰਦਾ ਬਰਾੜ ਸਾਹਿਬ ਜਿਹੜੀਆਂ ਡੈਡ ਸੰਸਥਾਵਾਂ ਹੈਗੀਆਂ ਨਾ, ਉਹ ਸਰਕਾਰ ਵੇਚ ਦਿੰਦੀ ਹੈ
ਤੇ ਉਹਨਾਂ ਨੂੰ ਸਰਕਾਰ ਇਹਦੇ ਹੱਥਾਂ 'ਚ ਨਹੀਂ ਲੈਂਦੀ। ਅਸੀਂ ਆਖਿਆ ਜੀ ਇਹ ਸਿੱਖਿਆ ਦਾ ਮਸਲਾ ਹੈ, ਇਹ ਲੜਕੀਆਂ ਦਾ ਮਸਲਾ ਹੈ, ਲੜਕਿਆਂ ਦਾ ਮਸਲਾ ਹੈ, ਪੜ੍ਹਾਈ ਦਾ ਮਸਲਾ ਹੈ। ਤੇ ਪ੍ਰਕਾਸ਼ ਸਿੰਘ ਬਾਦਲ ਨੇ ਉਸ ਦੀ ਗੰਭੀਰਤਾ ਨੂੰ ਲੈਂਦੇ ਹੋਏ ਉਸ ਵਕਤ ਸਾਡੇ ਕਾਲਜ ਦੇ ਨਾਲ ਜਿਹੜਾ ਸਾਡਾ ਕਾਲਜ ਦਾ ਨਾਂ ਸ਼ਹੀਦ ਭਗਤ ਸਿੰਘ ਕਾਲਜ ਹੈ, ਤੇ ਇਸ ਦੇ ਨਾਲ ਸ਼ਿਵਾਲਕ ਕਾਲਜ ਨਇਆ ਨੰਗਲ, 2 ਕਾਲਜ ਹੈ ਜਿਹੜੇ ਮਤਲਬ ਮਿਊਨਿਸਪਲ ਕਮੇਟੀਆਂ ਚਲਾਉਂਦੀਆਂ ਸੀ, ਜਿਹੜੇ ਬੰਦ ਹੋ ਗਏ ਸੀਗੇ। ਇਹਨਾਂ ਦੋਨਾਂ ਨੂੰ ਸਰਕਾਰੀ ਹੱਥਾਂ 'ਚ ਲਿਆ ਤੇ ਉਹ ਅੱਜ ਕਾਮਯਾਬੀ ਨਾਲ ਜਿਹੜਾ ਸਾਡਾ ਕਾਲਜ ਚੱਲ ਰਿਹਾ। ਆਪਾਂ ਇਲੈਕਸ਼ਨ 2022 ਦੀ ਗੱਲ ਕਰ ਲਈ ਇੱਕ ਵਾਰ ਫਿਰ। ਇਸ ਵਾਰ ਦੀ ਜੋ ਫਾਈਟ ਹੋਏਗੀ ਉਸ ਨੂੰ ਕਿਸ ਤਰ੍ਹਾਂ ਵੇਖਦੇ ਹੋ? ਅਕਾਲੀ ਦਲ ਦੇ ਵੱਲੋਂ ਤੁਸੀਂ ਹੋ, ਕਾਂਗਰਸ ਦੇ ਵੱਲੋਂ ਹਾਲੇ ਕੋਈ ਫੇਸ ਕਲੀਅਰ ਨਹੀਂ ਹੈ। ਭਾਈ ਹਰਪਾਲ ਸਿੰਘ ਕੁੱਕੂ ਦੇ ਸਪੁੱਤਰ ਨੇ ਰਾਹੁਲ ਸਿੱਧੂ, ਉਹਨਾਂ ਨੂੰ ਇੱਥੋਂ ਲੜਾਉਣ ਦੀ ਚਰਚਾ ਚੱਲ ਰਹੀ ਹੈ। ਤੇ ਤੀਜੇ ਪਾਸੇ ਕੁਲਤਾਰ ਸਿੰਘ ਸੰਧਵਾ ਗਿਆਨੀ ਜ਼ੈਲ ਸਿੰਘ ਦੇ ਗ੍ਰੈਂਡ ਨੈਫਿਊ ਨੇ। ਕਿਸ ਤਰ੍ਹਾਂ ਦੀ ਫਾਈਟ ਦੇਖਦੇ ਹੋ ਤੁਸੀਂ? ਦੇਖੋ ਜੀ, ਫਾਈਟ ਹੈ ਜਿਹੜੀ ਉਹ ਸ਼੍ਰੋਮਣੀ ਅਕਾਲੀ ਦਲ ਦੀ ਤੇ ਕਾਂਗਰਸ ਦੀ ਹੋਊਗੀ। ਔਰ ਮੈਨੂੰ ਐਂ ਲੱਗਦਾ ਕਿਉਂਕਿ ਮੈਂ ਇਲੈਕਸ਼ਨਾਂ 5 ਇਲੈਕਸ਼ਨਾਂ ਲੜ ਚੁੱਕਿਆ ਕੋਟਪੁਰੇ ਤੋਂ ਹੀ, ਮੈਨੂੰ ਇਹ ਮਹਿਸੂਸ ਹੋ ਰਿਹਾ ਕਿ ਐਤਕੀ ਸਾਡਾ ਪਲੜਾ ਜਿਹੜਾ ਉਹ ਖਾਸਾ ਭਾਰੀ ਰਹੇਗਾ। ਕਿਉਂਕਿ ਮੈਂ ਜਦੋਂ 97 'ਚ ਇਲੈਕਸ਼ਨ ਲੜਿਆ ਸੀ, ਉਦੋਂ ਜਿਹੜੇ ਮੇਰੀ ਮਦਦ ਕਰਨ ਵਾਲੇ ਸੀ, ਚਾਹੇ ਕੋਈ ਫਾਈਨੈਂਸ਼ੀਅਲ ਮਦਦ ਵਾਲਾ ਸੀ, ਚਾਹੇ ਕੋਈ ਵੋਟਾਂ ਦੇ ਤੌਰ 'ਤੇ ਮਦਦ ਕਰਨ ਵਾਲਾ ਸੀ, ਉਹ ਮੈਨੂੰ ਫੋਨ ਕਰਕੇ ਪਿੱਛੇ ਪਿੰਡਾਂ ਦੇ ਵਿੱਚ ਜਾ ਕੇ ਕਹਿੰਦੇ ਹੁੰਦੇ ਸੀਗੇ ਤੈਨੂੰ ਆਹ ਬੰਦੇ ਮਿਲਾਉਣੇ, ਤੈਨੂੰ ਆਹ ਬੰਦੇ ਮਿਲਾਉਣੇ ਆ। ਇਹ ਹਾਲਾਤ 2002 'ਚ ਨਹੀਂ ਰਹੇ, ਮੈਂ ਜਿੱਤ ਗਿਆ, ਪਰ ਉਹ ਹਾਲਾਤ 2002 'ਚ ਨਹੀਂ ਰਹੇ, 2007 'ਚ ਵੀ ਨਹੀਂ ਰਹੇ ਉਹ ਹਾਲਾਤ। ਜਦੋਂ ਫਿਰ 2012 ਦਾ ਇਲੈਕਸ਼ਨ ਆਇਆ, ਉਦੋਂ ਫਿਰ ਮੈਨੂੰ ਮਹਿਸੂਸ ਹੋਇਆ ਕਿ ਉਹ ਜਿਹੇ ਹਾਲਾਤ ਆ ਗਏ ਵੀ ਮੈਨੂੰ ਪਿੰਡਾਂ 'ਚ ਬੁਲਾਉਣਾ, ਥਾਂ ਬੁਲਾਉਣਾ, ਮੇਰੇ ਕੋਲ ਜਾਇਆ ਨਾ ਜਾਣਾ ਕਈ ਦਫਾ, ਵੀ ਇਹਨਾਂ ਨੇ ਸ਼ਾਮਲ ਹੋਣਾ, ਇਹਨਾਂ ਨੇ ਥੋੜ੍ਹੀ ਮਦਦ ਕਰਨੀ ਹੈ। ਉਹ ਫਿਰ ਇਲੈਕਸ਼ਨ ਮੈਂ 18,000 ਤੋਂ ਉੱਪਰ 18,800 ਵੋਟਾਂ ਦੇ ਉੱਤੇ ਜਿੱਤਿਆ ਸੀਗਾ। ਐਤਕੀ ਜੋ ਗੱਲ ਹੈਗੀ ਹੈ, ਐਤਕੀ ਮੈਨੂੰ ਜੋ ਹਾਲਾਤ 97 'ਚ ਸੀਗੇ ਅਤੇ ਜੋ 2012 'ਚ ਸੀਗੇ, ਉਹ ਜਿਹੇ ਹਾਲਾਤ ਨਜ਼ਰ ਆ ਰਹੇ ਆ। ਬਿਲਕੁਲ, ਮਤਲਬ ਫਾਈਟ ਲੱਗ ਰਿਹਾ ਕਿ ਕੁਝ ਟਫ ਹੋਏਗੀ ਇਸ ਵਾਰ? ਨਹੀਂ, ਮੈਨੂੰ ਬਹੁਤੀ ਟਫ ਨਹੀਂ ਲੱਗਦੀ ਫਾਈਟ, ਆਸਾਨ ਲੱਗ ਰਹੀ ਹੈ ਕਿ ਹਾਂ ਇਸ ਵਾਰ। ਵੈਸੇ ਟਫ ਸਮਝਣਾ ਚਾਹੀਦਾ ਬੰਦੇ ਨੂੰ, ਪਰ ਮੈਨੂੰ ਟਫ ਲੱਗ ਨਹੀਂ ਰਹੀ। ਤੇ ਆਪਾਂ ਹੁਣ ਬੇਅਦਬੀ ਤੇ ਗੋਲੀकांड ਦੀ ਗੱਲ ਕਰ ਲੈਂਦੇ ਹਾਂ। 2015 ਦੇ ਵਿੱਚ ਬੇਅਦਬੀ ਦਾ ਜਿਹੜਾ ਵਰਤਾਰਾ ਵਾਪਰਨਾ ਸ਼ੁਰੂ ਹੁੰਦਾ ਹੈ, ਮੰਦਭਾਗਾ ਵਰਤਾਰਾ ਇਹ। ਹਲੇ ਤੱਕ ਇਨਸਾਫ ਨਹੀਂ ਮਿਲਦਾ ਲੋਕਾਂ ਨੂੰ, ਹਲੇ ਤੱਕ ਸੰਗਤ ਕਹਿ ਰਹੀ ਹੈ ਕਿ ਸਾਨੂੰ ਇਨਸਾਫ ਕਿਉਂ ਨਹੀਂ ਮਿਲਿਆ? ਦੇਖੋ ਜੀ, ਇਸ ਤਰ੍ਹਾਂ ਹੈ ਕਿ ਇਹ ਬਦਕਿਸਮਤੀ ਵਾਲੀ ਗੱਲ ਹੈ ਕਿ ਇਹ ਸਾਡੇ ਸਮੇਂ ਦੇ ਵਿੱਚ, ਸਾਡੀ ਸਰਕਾਰ ਦੇ ਸਮੇਂ ਦੇ ਵਿੱਚ ਘਟਨਾ ਘਟੀ। ਔਰ ਜਦੋਂ ਗੁਰੂ ਗ੍ਰੰਥ ਸਾਹਿਬ ਚੋਰੀ ਹੋਇਆ 2 ਜੂਨ ਨੂੰ, ਮੈਂ ਐਕਚੁਅਲੀ ਮੇਰੀ ਇਨ-ਲਾਜ਼ ਦੀ ਫੈਮਿਲੀ ਸਾਰੀ ਜਿਹੜੀ ਹੈਗੀ ਆ ਕੈਨੇਡਾ ਰਹਿੰਦੀ ਹੈ, ਅਤੇ ਮੇਰੀ ਸਿਸਟਰ ਇਨ-ਲਾ 2 ਹੈਗੀਆਂ, ਇੱਕ ਦੇ ਲੜਕੇ ਦੀ ਅਤੇ ਇੱਕ ਦੀ ਲੜਕੀ ਦੀ ਸ਼ਾਦੀ ਸੀਗੀ। ਉਹਨਾਂ ਦਾ 1.25 ਮਹੀਨੇ ਦਾ ਵਕਫਾ ਸੀਗਾ, ਅਤੇ ਮੈਂ 29 ਮਈ ਨੂੰ ਕੈਨੇਡਾ ਚਲਾ ਗਿਆ ਸੀਗਾ, ਅਤੇ ਉੱਥੋਂ ਮੈਂ ਲਗਭਗ 1.5 ਮਹੀਨੇ ਬਾਅਦ ਵਾਪਸ ਆਇਆ, ਕਿਉਂਕਿ ਸ਼ਾਦੀਆਂ ਦੋਨੇ ਅਟੈਂਡ ਕਰਨੀਆਂ ਜ਼ਰੂਰੀ ਸੀਗੀਆਂ। ਉਹ ਵੀ ਵਿਚਾਰੇ ਬੜੀ ਹੈਲਪ ਕਰਦੇ, ਇੱਥੇ ਰਿਸ਼ਤੇਦਾਰਾਂ ਨੂੰ, ਦੋਸਤਾਂ ਮਿੱਤਰਾਂ ਨੂੰ ਕਹਿੰਦੇ ਆ, ਇਲੈਕਸ਼ਨ ਵੇਲੇ ਆਉਂਦੇ ਵੀ ਆਹੋ ਮੇਰੀ ਹੈਲਪ ਕਰਕੇ ਜਾਂਦੇ ਆ। ਅਤੇ ਇਸ ਕਰਕੇ ਜਦੋਂ ਮੈਂ ਆਇਆ, ਇੱਕ ਉਹ ਬਰਗਾੜੀ ਹੈ ਜਿਹੜਾ ਉਹ ਮੇਰੇ ਹਲਕੇ 'ਚ ਨਹੀਂ ਸੀ ਪੈਂਦਾ, ਉੱਥੇ ਸਾਡੇ ਹੋਰ ਇੰਚਾਰਜ ਸੀਗੇ, ਉਹਨਾਂ ਦੀ ਦੇਖ ਰੇਖ 'ਚ ਜਾਂ ਪੁਲਿਸ ਦੀ ਦੇਖ ਰੇਖ 'ਚ ਸਾਰਾ ਕੰਮ ਜਿਹੜਾ ਹੋ ਰਿਹਾ ਸੀਗਾ। ਉਦੋਂ ਬਾਅਦ ਫਿਰ ਬੇਅਦਬੀ ਹੋਈ, ਬੇਅਦਬੀ ਤੋਂ ਬਾਅਦ ਫਿਰ ਕੋਟਪੂਰੇ ਘਟਨਾ ਘਟੀ। ਬਿਲਕੁਲ। ਔਰ ਉਹਦਾ ਸਾਨੂੰ ਬਹੁਤ ਵੱਡਾ ਨੁਕਸਾਨ ਹੋਇਆ, ਸਾਡੀ ਪਾਰਟੀ ਨੂੰ ਬਹੁਤ ਵੱਡਾ ਨੁਕਸਾਨ ਹੋਇਆ। ਅਸੀਂ ਉਦੋਂ ਕੋਸ਼ਿਸ਼ ਕੀਤੀ ਕਿ ਇਹਨੂੰ ਜਲਦੀ ਤੋਂ ਜਲਦੀ ਲੱਭਿਆ ਜਾਵੇ, ਲੇਕਿਨ ਉਸ ਵਕਤ ਆਮ ਆਦਮੀ ਪਾਰਟੀ ਵੱਲੋਂ ਵੀ, ਕਾਂਗਰਸ ਪਾਰਟੀ ਵੱਲੋਂ ਵੀ ਅਤੇ ਪੰਥਕ ਜਥੇਬੰਦੀਆਂ ਵੱਲੋਂ ਵੀ ਇਹੀ ਪ੍ਰੈਸ਼ਰ ਪਾਇਆ ਗਿਆ ਕਿ ਇਹ ਜਿਹੜਾ ਕੇਸ ਹੈ ਇਹ CBI ਨੂੰ ਦਿੱਤਾ ਜਾਵੇ। ਉਹ ਮਹੀਨੇ ਕੁ ਬਾਅਦ ਹੀ ਕੇਸ CBI ਕੋਲ ਟਰਾਂਸਫਰ ਹੋ ਗਿਆ। ਉਦੋਂ ਬਾਅਦ ਫਿਰ ਸਾਡੇ ਹੱਥ 'ਚ ਕੁਛ ਨਹੀਂ ਰਿਹਾਗਾ, ਅਤੇ ਉਦੋਂ ਬਾਅਦ ਫਿਰ ਨਵੀਂ ਸਰਕਾਰ ਬਣ ਗਈ। ਫਿਰ ਨਵੀਂ ਸਰਕਾਰ ਨੇ ਵੀ ਦੇਖ ਲਓ ਵੀ 4 ਮਹੀਨੇ ਰਹਿ ਗਏ ਇਲੈਕਸ਼ਨ ਦੇ ਵਿੱਚ, ਹਜੇ ਤੱਕ ਇਹਨਾਂ ਤੋਂ ਵੀ ਕੁਛ ਨਹੀਂ ਹੋਇਆ। ਬੇਅਦਬੀ ਦਾ ਕਾਂਡ ਵਾਪਰਦਾ, ਉਸ ਤੋਂ ਬਾਅਦ 2 ਥਾਵਾਂ ਤੇ ਪ੍ਰੋਟੈਸਟ ਜਿਹੜਾ ਹੁੰਦਾ, ਬਾਈਬਲ ਕਲਾਂ ਹੁੰਦਾ ਤੇ ਇੱਕ ਕੋਟਕਪੂਰਾ ਦੇ ਵਿੱਚ ਅਰਲੀ ਮਾਰਨਿੰਗ ਜਦੋਂ ਪੁਲਿਸ ਲੋਕਾਂ ਨੂੰ ਉੱਥੋਂ ਉਠਾਉਣਾ ਸ਼ੁਰੂ ਕਰ ਦਿੰਦੀ ਹੈ, ਉੱਥੇ ਵੀ ਗੋਲੀ ਚੱਲਦੀ ਹੈ। ਹਾਲਾਂਕਿ ਕੋਈ ਵੱਡਾ ਨੁਕਸਾਨ ਨਹੀਂ ਹੁੰਦਾ, ਸੱਟਾਂ ਬਹੁਤ ਲੱਗਦੀਆਂ ਨੇ। ਤੇ ਉਸੇ ਏਰੀਏ ਤੋਂ ਚੋਣ ਲੜਨ ਦੀ ਚੁਣੌਤੀ ਨੂੰ ਕਿਵੇਂ ਲੈ ਰਹੇ ਹੋ ਤੁਸੀਂ? ਦੇਖੋ ਜੀ, ਇਸ ਤਰ੍ਹਾਂ ਹੈ ਕਿ ਉੱਥੇ ਕਿਉਂਕਿ ਮੁਲਜ਼ਮਾਂ ਦੀ ਲਿਸਟ ਦੇ ਵਿੱਚ ਤੁਹਾਡਾ ਨਾਮ ਵੀ ਆ ਰਿਹਾ। ਨਹੀਂ, ਉਹ ਇਸ ਤਰ੍ਹਾਂ ਹੈ ਜੀ ਕਿ ਜਿਸ ਦਿਨ ਕੋਟਕਪੂਰੇ ਜਦੋਂ ਬੇਅਦਬੀ ਹੋਈ ਤੇ ਸੰਗਤ ਆ ਕੇ ਕੋਟਕਪੂਰੇ ਚੌਂਕ ਦੇ ਵਿੱਚ ਬੈਠ ਗਈ। ਪਹਿਲੇ ਦਿਨ ਪੁਲਿਸ ਨਾਲ ਉਹਨਾਂ ਦਾ, ਪ੍ਰਸ਼ਾਸਨ ਨਾਲ ਉਹਨਾਂ ਦਾ ਸਮਝੌਤਾ ਹੋ ਗਿਆ, ਤੇ ਉਹ ਜਿਹੜੇ ਸੰਤ ਮਹਾਂਪੁਰਖ ਬੈਠੇ ਸੀ ਜਾਂ ਸੰਗਤ ਬੈਠੀ ਸੀ, ਉਹ ਉੱਥੋਂ ਉੱਠ ਕੇ ਚਲੀ ਗਈ। ਪੁਲਿਸ ਨੇ ਆਪਦੀਆਂ ਗੱਡੀਆਂ 'ਚ ਬਿਠਾ ਲਿਆ ਕਿ ਤੁਹਾਡੀ ਅਸੀਂ ਗ੍ਰਿਫਤਾਰੀ ਪਾ ਦਿਆਂਗੇ, ਪਰ ਪੁਲਿਸ ਨੇ ਉਹਨਾਂ ਦੀ ਗ੍ਰਿਫਤਾਰੀ ਨਹੀਂ ਪਾਈ। ਫਿਰ ਨੈਕਸਟ ਡੇ ਦੁਪਹਿਰੇ 12-1 ਵਜੇ ਤੋਂ ਬਾਅਦ ਫਿਰ ਉਹ ਚੌਂਕ ਦੇ ਵਿੱਚ ਇਕੱਠੇ ਹੋਣੇ ਚਾਲੂ ਹੋ ਗਏ। ਉਸ ਤੋਂ ਬਾਅਦ ਪੁਲਿਸ ਨੇ ਫਿਰ ਕੋਸ਼ਿਸ਼ ਕੀਤੀ, ਉਹਨਾਂ ਦੀ ਇਹੀ ਜੋ ਮੈਂ ਤਾਂ ਉੱਥੇ ਹੈ ਨਹੀਂ ਸੀਗਾ, ਜੋ ਪੁਲਿਸ ਵਾਲਿਆਂ ਨੇ ਦੱਸਿਆ ਕਿ ਉਹਨਾਂ ਦੀ ਇਹੀ ਕੋਸ਼ਿਸ਼ ਸੀ ਕਿ ਸਾਡੀ ਗ੍ਰਿਫਤਾਰੀ ਜਿਹੜੀ ਹੈਗੀ ਆ ਉਹ ਪਾਈ ਜਾਵੇ, ਅਤੇ ਇਹਨੂੰ ਛੇਤੀ ਤੋਂ ਛੇਤੀ ਜਿਹੜੇ ਬੇਅਦਬੀ ਵਾਲੇ ਬੰਦੇ ਜਿਹੜੇ ਫੜੇ ਜਾਣ। ਅਤੇ ਪੁਲਿਸ ਨੇ ਉਹਨਾਂ ਨੂੰ ਵਿਸ਼ਵਾਸਨ ਵੀ ਦਵਾਇਆ ਕਿ ਅਸੀਂ ਛੇਤੀ ਤੋਂ ਛੇਤੀ ਕਾਰਵਾਈ ਕਰਾਂਗੇ। ਪਰ
ਉਹਦੇ ਵਿੱਚ ਕਾਫੀ ਬੰਦੇ ਮੈਂ ਕਹਿ ਸਕਦਾ ਕਿ 90% ਬੰਦੇ ਪੁਲਿਸ ਦੇ ਦੱਸਣ ਮੁਤਾਬਕ ਜਾਂ ਪ੍ਰਸ਼ਾਸਨ ਦੇ ਦੱਸਣ ਮੁਤਾਬਕ ਕਿ ਸਹਿਮਤ ਹੋ ਗਏ ਸੀਗੇ ਕਿ ਸਾਡੀ, ਪਰ ਕੁਝ ਸ਼ਰਾਰਤੀ ਬੰਦੇ ਵੀ ਹੁੰਦੇ ਆ, ਉਹ ਨਹੀਂ ਸੀ ਚਾਹੁੰਦੇ ਕਿ ਇੱਥੇ ਜਿਹੜੀ ਹੈਗੀ ਆ ਮਤਲਬ ਇੱਥੋਂ ਉੱਠਿਆ ਜਾਵੇ, ਜਾਂ ਮਤਲਬ ਨਹੀਂ ਸੀ ਚਾਹੁੰਦੇ ਵੀ ਇੱਥੇ ਕੋਈ ਅਮਨ ਸ਼ਾਂਤੀ ਜਿਹੜੀ ਹੈਗੀ ਆ ਰਵੇ ਜਾਂ ਬਹਾਲ ਰਵੇ। ਇਸ ਲਈ ਮੈਨੂੰ ਲਗਭਗ ਰਾਤ ਨੂੰ 1:15 ਵਜੇ ਕਮਿਸ਼ਨਰ ਸਾਹਿਬ ਦਾ ਫੋਨ ਆਇਆ ਕਿ ਬਰਾੜ ਸਾਹਿਬ ਤੁਸੀਂ ਇੱਥੇ ਹੀ ਹੋ ਕਿ ਚੰਡੀਗੜ੍ਹੋਂ? ਮੈਂ ਕਿਹਾ ਨਹੀਂ, ਮੈਂ ਇੱਥੇ ਹੀ ਹਾਂ ਜੀ। ਤੇ ਮੈਂ ਕਿਹਾ ਐਡੀ ਘਟਨਾ ਘਟੀ ਹੈ, ਮੈਂ ਚੰਡੀਗੜ੍ਹ ਕਿਵੇਂ ਜਾ ਸਕਦਾ? ਤੇ ਉਹ ਕਹਿੰਦੇ ਵੀ DC ਸਾਹਿਬ ਮੇਰੇ ਕੋਲ ਆਏ ਆ ਅਤੇ ਕੋਟਕਪੂਰੇ ਵਾਲੇ ਮਸਲੇ ਦੇ ਸੰਬੰਧ 'ਚ ਅਸੀਂ ਤੁਹਾਡੇ ਨਾਲ ਗੱਲ ਕਰਨੀ ਸੀ, ਤੁਹਾਨੂੰ ਮਿਲਣਾ ਸੀਗਾ। ਮੈਂ ਕਿਹਾ ਮੇਰੇ ਮਿਲਣ ਦਾ ਕੀ ਕਾਰਨ ਹੈ? ਉਹ ਕਹਿੰਦੇ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਮੈਸੇਜ ਵੀ ਪਾਏ ਆ ਅਤੇ ਟੈਲੀਫੋਨ ਵੀ ਕੀਤੇ ਆ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਮੁੱਖ ਮੰਤਰੀ ਸਾਹਿਬ ਜੀ ਦੇ, ਕਿਉਂਕਿ ਸੈਂਸਿਟਿਵ ਇਸ਼ੂ ਹੈ, ਅਤੇ ਮੁੱਖ ਮੰਤਰੀ ਸਾਹਿਬ ਜੀ ਦੇ ਧਿਆਨ ਦੇ ਵਿੱਚ ਅਸੀਂ ਲਿਆ ਦਈਏ। ਅਤੇ ਸਾਡੀ ਗੱਲ ਨਹੀਂ ਹੋ ਰਹੀ। ਅਸੀਂ ਚੀਫ ਸੈਕਟਰੀ ਸਾਹਿਬ ਨੂੰ ਮੈਸੇਜ ਵੀ ਪਾਏ ਆ, ਉਹਨਾਂ ਨੂੰ ਵੀ ਆਪਣਾ ਕੀ ਨਾਲ ਲੈਂਦੇ ਆ ਫੋਨ ਵੀ ਕੀਤੇ ਆ, ਉਹਨਾਂ ਨੇ ਅਟੈਂਡ ਨਹੀਂ ਕੀਤਾ, ਦੇਰ ਰਾਤ ਹੋ ਗਈ ਹੈ। ਅਸੀਂ ਪ੍ਰਿੰਸੀਪਲ ਸੈਕਟਰੀ ਜਿਹੜੇ CM ਸਾਹਿਬ ਦੇ ਆ ਉਹਨਾਂ ਨੂੰ ਵੀ ਮੈਸੇਜ ਪਾਏ ਆ ਅਤੇ ਉਹਨਾਂ ਨੂੰ ਵੀ ਫੋਨ ਕੀਤੇ ਆ, ਗੱਲ ਨਹੀਂ ਹੋ ਰਹੀ। ਅਤੇ ਅਸੀਂ ਤੁਹਾਡੇ ਨਾਲ ਤੁਹਾਡੇ ਕੋਲੇ, ਕਿਉਂਕਿ ਪ੍ਰਾਈਵੇਟ ਬੰਦੇ ਵੀ CM ਸਾਹਿਬ ਦੇ ਨਾਲ ਚੱਲਦੇ ਹੁੰਦੇ, ਜਿਹੜੇ ਜਦੋਂ ਪਾਵਰ 'ਚ ਨਹੀਂ ਹੁੰਦੇ ਸਾਡੇ ਕੋਲੇ ਆਪਦੇ ਪ੍ਰਾਈਵੇਟ ਬੰਦੇ ਹੁੰਦੇ ਆ, ਅਤੇ ਉਹ ਜਦੋਂ ਸਰਕਾਰ ਹੁੰਦੀ ਅਸੀਂ OSD ਦੇ ਤੌਰ ਦੇ ਉੱਤੇ ਉਹਨਾਂ ਨੂੰ ਰੱਖ ਲੈਂਦੇ ਨਾਲ ਆਪਦੇ, ਅਤੇ ਉਹ ਉਹਨਾਂ ਦੇ ਰਾਹੀਂ ਇਹ ਕੋਈ ਸਾਡੀ ਗੱਲ ਕਰਾ ਦਿਓ ਅਤੇ ਅਸੀਂ ਤੁਹਾਡੇ ਕੋਲੇ ਆਉਣਾ ਚਾਹੁੰਦੇ ਹਾਂ। ਮੈਂ ਕਿਹਾ ਨਹੀਂ ਕੋਈ ਗੱਲ ਨਹੀਂ ਜੀ, ਤੁਸੀਂ ਰਹਿਣ ਦਿਓ, ਕਿੱਥੇ ਬੈਠੇ ਹੋ? ਕਮਿਸ਼ਨਰ ਸਾਹਿਬ ਕਹਿੰਦੇ ਮੈਂ ਆਪਦੇ ਘਰੇ ਬੈਠਾ, DC ਸਾਹਿਬ ਮੇਰੇ ਕੋਲੇ ਬੈਠੇ ਆ। ਮੈਂ ਕਿਹਾ ਮੈਂ ਹੀ ਆ ਜਾਣਾ ਇੱਥੇ ਤੁਹਾਡੇ ਕੋਲੇ। ਮੈਂ ਉੱਥੇ ਚਲਾ ਗਿਆ ਜੀ, ਜਾ ਕੇ ਫਿਰ ਆਹ ਗੱਲ ਤਾਂ ਉਹਨਾਂ ਨੇ ਮੈਨੂੰ ਦੱਸ ਹੀ ਦਿੱਤੀ ਸੀਗੀ, ਅਤੇ ਅਸੀਂ ਕੋਸ਼ਿਸ਼ ਕੀਤੀ। ਮੈਂ ਮੁੱਖ ਮੰਤਰੀ ਸਾਹਿਬ ਦੇ 2 SD ਹੈ, ਗੁਰਚਰਨ ਅਤੇ ਬਲਕਰਨ, ਉਹਨਾਂ ਨਾਲ ਫੋਨ ਲਾਉਣ ਦੀ ਕੋਸ਼ਿਸ਼ ਕੀਤੀ। ਇੱਕ ਦਾ ਤਾਂ ਨੋ ਰਿਪਲਾਈ ਆ ਰਿਹਾ ਸੀਗਾ ਅਤੇ ਇੱਕ ਦਾ ਸਵਿਚ ਆਫ ਆ ਰਿਹਾ ਸੀਗਾ। ਔਰ ਮੁੜ ਕੇ ਮੇਰੀ ਬਰਾੜ ਸਾਹਿਬ ਨਾਲ ਗੱਲ ਹੋਈ, ਗਗਨ ਜੀ ਨਾਲ, ਅਤੇ ਉਹਨਾਂ ਨੇ ਫਿਰ ਮੇਰੀ 15 ਮਿੰਟਾਂ ਬਾਅਦ ਮੇਰੇ ਫੋਨ 'ਤੇ ਮੁੱਖ ਮੰਤਰੀ ਸਾਹਿਬ ਦੀ ਗੱਲ ਕਰਾਈ। ਮੁੱਖ ਮੰਤਰੀ ਸਾਹਿਬ ਨੇ ਮੈਨੂੰ ਪੁੱਛਿਆ ਕਿ ਕਾਕਾ ਕੀ ਗੱਲ ਹੈ? ਮੈਂ ਕਿਹਾ ਜੀ ਮੈਨੂੰ ਬਹੁਤਾ ਡਿਟੇਲ 'ਚ ਨਹੀਂ ਪਤਾ ਗਾ, ਇਹ DC ਸਾਹਿਬ ਨੂੰ ਪਤਾ ਡਿਟੇਲ ਦੇ ਵਿੱਚ ਮੇਰੇ ਕੋਲੇ ਬੈਠੇ ਆ, ਅਤੇ ਜਾਂ ਕਮਿਸ਼ਨਰ ਸਾਹਿਬ ਨੂੰ ਪਤਾ ਹੈ। ਉਹ ਕਹਿੰਦੇ ਫਿਰ ਮੇਰੀ DC ਸਾਹਿਬ ਨਾਲ ਗੱਲ ਕਰਾ ਦਿਓ। ਮੈਂ ਫੋਨ ਫਿਰ DC ਸਾਹਿਬ ਨੂੰ ਦਿੱਤਾ। ਫਿਰ DC ਸਾਹਿਬ ਨੇ ਉਹਨਾਂ ਨਾਲ ਗੱਲ ਕੀਤੀ ਅਤੇ ਉਹਨਾਂ ਨੂੰ ਦੱਸਿਆ ਕਿ ਐਂ ਕਰਕੇ ਜਿਹੜੀ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਕਿ 90% ਬੰਦੇ ਤਿਆਰ ਹੈ, ਕੁਛ ਸ਼ਰਾਰਤੀ ਅਨਸਰ ਹੈਗੇ ਆ, ਅਤੇ ਪੁਲਿਸ ਬਲ ਦੀ ਵਰਤੋਂ ਕਰਨਾ ਚਾਹੁੰਦੀ ਹੈ। ਅਤੇ ਉਹ ਫਿਰ DC ਸਾਹਿਬ ਨੂੰ, ਜੋ ਸਾਨੂੰ ਬਾਅਦ 'ਚ DC ਸਾਹਿਬ ਨੇ ਦੱਸਿਆ ਕਿ CM ਸਾਹਿਬ ਨੇ ਆਖਿਆ ਕਿ ਆਪਾਂ ਪੁਲਿਸ ਬਲ ਦਾ ਪ੍ਰਯੋਗ ਨਹੀਂ ਕਰਨਾ, ਆਪਾਂ ਇਹਨਾਂ ਨੂੰ ਪੀਸਫੁਲ ਮੈਨਰ ਨਾਲ ਹੀ ਆਪਾਂ ਗੱਲਬਾਤ ਕਰਨੀ ਹੈ, ਚਾਹੇ 1-2 ਦਿਨ ਲੱਗ ਜਾਣ, ਕੋਈ ਗੱਲ ਨਹੀਂ। ਪਰ ਚਲੋ ਉਹ ਇਹਦੇ ਤੋਂ ਬਾਅਦ ਮੈਂ ਆਪਦੇ ਘਰੇ ਆ ਗਿਆ ਅਤੇ DC ਸਾਹਿਬ ਅਤੇ ਕਮਿਸ਼ਨਰ ਸਾਹਿਬ ਕੋਟਕਪੂਰੇ ਚਲੇ ਗਏ। ਮੇਰਾ ਘਰ ਰਸਤੇ 'ਚ ਪੈਂਦਾ ਹੈ, ਫਰੀਦਕੋਟ ਅਤੇ ਕੋਟਕਪੂਰੇ ਦੇ ਵਿੱਚ। ਕੋਟਕਪੂਰੇ ਤੋਂ 5 ਕਿਲੋਮੀਟਰ ਫਰੀਦਕੋਟ ਵਾਲੀ ਸਾਈਡ ਦੇ ਉੱਤੇ ਹੈਗਾ, ਮੇਨ ਰੋਡ ਦੇ ਉੱਤੇ। ਅਤੇ ਉਹ ਉੱਥੇ ਚਲੇ ਗਏ। ਉਸ ਤੋਂ ਬਾਅਦ ਆਪਣਾ ਮੈਨੂੰ DGP ਸਾਹਿਬ ਦਾ ਹੀ ਫੋਨ ਆਇਆ ਕਿ 6 ਵਜੇ ਕਿ ਅਮਨ ਸ਼ਾਂਤੀ ਨਾਲ, ਕਿਉਂਕਿ ਪਹਿਲਾਂ ਵੀ ਉਹਨਾਂ ਦਾ ਫੋਨ ਆਇਆ ਸੀਗਾ ਵੀ CM ਸਾਹਿਬ ਦਾ ਫੋਨ ਆਇਆ, ਮੈਨੂੰ ਕਹਿੰਦੇ ਤੁਸੀਂ ਬੇਫਿਕਰ ਹੋ ਬਰਾੜ ਸਾਹਿਬ, ਅਸੀਂ ਕੋਈ ਵੀ ਇਹੋ ਜਿਹੀ ਗੱਲ ਨਹੀਂ ਕਰਦੇਗੇ, ਤੁਸੀਂ ਚਿੰਤਾ ਨਾ ਕਰੋ ਕਿ ਜਿਹਦੀ ਕੋਈ ਮੰਦਭਾਗੀ ਮਤਲਬ ਹੋਵੇ। ਅਤੇ ਮੈਂ ਕਿਹਾ ਚਲੋ ਠੀਕ ਹੈ ਜੀ। ਫਿਰ 6 ਵਜੇ ਮੈਨੂੰ ਉਹਨਾਂ ਦਾ ਫੋਨ ਆਇਆ ਕਿ DGP ਸਾਹਿਬ ਸੈਣੀ ਸਾਹਿਬ ਦਾ ਕਿ ਸਾਰਾ ਅਮਨ ਸ਼ਾਂਤੀ ਨਾਲ ਸਾਰਾ ਕੁਝ ਹੋ ਗਿਆ। ਅਤੇ ਉਸ ਤੋਂ ਬਾਅਦ ਫਿਰ ਮੁੰਡਾ ਮੇਰਾ ਸਵੇਰੇ ਅਖਬਾਰ ਲੈਣ ਵਾਸਤੇ ਅਰਲੀ ਜਾਂਦਾ ਹੈ, ਉੱਦਾਂ ਮੈਂ ਉੱਥੇ ਕਿਉਂਕਿ ਚੌਂਕ ਦੇ ਵਿੱਚ ਹੀ ਅਖਬਾਰ ਵਿਕਦੇ ਆ, ਅਤੇ ਮੈਂ ਭੇਜਿਆ ਨਹੀਂ ਸੀਗਾ। ਮੈਂ ਕਿਹਾ ਯਾਰ ਚਲੋ ਅਮਨ ਸ਼ਾਂਤੀ ਨਾਲ ਨਿਬੜ ਗਿਆ, ਪੇਪਰ ਆ ਗਏ ਹੋਣੇ ਅਤੇ ਤੁਸੀਂ ਲੈ ਆਓ ਜਾ ਕੇ। ਅਤੇ ਉਹ ਜਦੋਂ ਪੇਪਰ ਲੈਣ ਗਏ ਅਤੇ ਉੱਥੇ ਉਹਨਾਂ ਨੇ ਵੇਖਿਆ ਕਿ ਉੱਥੇ ਮਤਲਬ ਫਾਇਰ ਚੱਲ ਰਹੇ ਸੀ। 6:45 ਵਜੇ ਦੀ ਘਟਨਾ ਸੀਗੀ। ਉਹ ਬਾਅਦ 'ਚ ਪਤਾ ਲੱਗਾ ਕਿ ਬਾਕੀ ਤਾਂ ਸੰਗਤ ਸਾਰੀ ਚਲੀ ਗਈ ਸੀ, ਕੁਛ ਬੰਦੇ ਰਹਿ ਗਏ ਸੀਗੇ ਜਿਨ੍ਹਾਂ ਨੇ ਮਤਲਬ ਪੁਲਿਸ ਨਾਲ ਝਗੜਾ ਕੀਤਾ, ਥਾਣੇ 'ਤੇ ਵੀ ਹਮਲਾ ਕੀਤਾ। ਹੁਕਮ ਕਿਸ ਦੇ ਵੱਲੋਂ ਦਿੱਤੇ ਗਏ ਗੋਲੀ ਚਲਾਉਣ ਦੇ? ਕਿਉਂਕਿ ਜਦੋਂ ਇਸ ਤਰ੍ਹਾਂ ਦਾ ਇਕੱਠ ਹੋਵੇ, ਲੋਕ ਪ੍ਰੋਟੈਸਟ ਕਰ ਰਹੇ ਹੋਣ, ਕਿਸੇ ਸੀਨੀਅਰ ਅਧਿਕਾਰੀ ਦੇ ਵੱਲੋਂ ਤੇ ਹੁਕਮ ਦਿੱਤਾ ਗਿਆ ਹੋਵੇਗਾ ਨਾ ਕਿ ਗੋਲੀ ਚਲਾਓ ਪ੍ਰੋਬ ਨੂੰ ਭਜਾਉਣ ਦੇ ਲਈ ਜਾਂ ਕਿਸ ਤਰ੍ਹਾਂ ਕਰਨ ਦੇ ਲਈ? ਕਿਵੇਂ ਜੀ? ਜਿਸ ਤਰ੍ਹਾਂ ਗੋਲੀ ਚੱਲੀ ਕੋਟਕਪੂਰਾ ਦੇ ਵਿੱਚ ਸਵੇਰੇ ਅਰਲੀ ਲੋਕਾਂ ਨੂੰ ਖਦੇੜਨ ਦੇ ਲਈ ਚਲਾਈ ਗਈ, ਕਿਸੇ ਵੱਲੋਂ ਹੁਕਮ ਤੇ ਦਿੱਤਾ ਗਿਆ ਹੋਵੇਗਾ? ਨਹੀਂ, ਉਹ ਤਾਂ ਵੇਖੋ ਜੀ, ਇੱਕ ਇਹ ਕਾਨੂੰਨ ਹੀ ਬਣਿਆ ਹੋਇਆ ਸਾਰੇ ਹਿੰਦੁਸਤਾਨ ਦੇ ਵਿੱਚ ਹੀ ਹੈ ਕਿ ਐਗਜ਼ੈਕਟਿਵ ਮੈਜਿਸਟ੍ਰੇਟ ਦੀ ਡਿਊਟੀ ਲਾਈ ਜਾਂਦੀ ਹੈ ਨਾਲ, ਅਤੇ ਐਗਜ਼ੈਕਟਿਵ ਮੈਜਿਸਟ੍ਰੇਟ ਹਾਲਾਤ ਵੇਖਦਾ ਵੀ ਕਿਹੋ ਜਿਹੇ ਹਾਲਾਤ ਹੈ, ਉਹ ਫਿਰ ਉਸੇ ਮੁਤਾਬਕ ਜਿਹੜਾ ਹੈਗਾ ਆਰਡਰ ਕਰਦਾ। ਜਿਵੇਂ ਪਹਿਲਾਂ ਜਿਹੜਾ ਹੈਗਾ ਉਹ ਦੂਜਾ ਵਾਟਰ ਯੂਜ਼ ਕੀਤਾ ਜਾਂਦਾ, ਫਿਰ ਲਾਠੀਚਾਰਜ ਦੀ ਹੁੰਦਾ ਹੈ, ਉਸ ਤੋਂ ਬਾਅਦ ਫਿਰ ਜਿਹੜਾ ਥਰੂ ਗੈਸ ਛੱਡਿਆ ਜਾਂਦਾ, ਅਤੇ ਉਸ ਤੋਂ ਬਾਅਦ ਫਿਰ ਜਿਹੜਾ ਹੈਗਾ ਉਹ ਗੋਲੀ ਸਿੱਧੀ ਨਹੀਂ ਮਾਰੀ ਜਾਂਦੀ, ਹਵਾਈ ਫਾਇਰ ਕੀਤੇ ਜਾਂਦੇ ਆ ਭੀੜ ਨੂੰ ਖਦੇੜਨ ਲਈ। ਕੋਈ ਸਿਸਟਮ ਇਹਨਾਂ ਦਾ ਬਣਿਆ ਹੋਇਆ, ਸਾਰੇ ਹਿੰਦੁਸਤਾਨ ਦੇ ਵਿੱਚ ਇਹ ਸਿਸਟਮ ਹੈਗਾ। ਅਤੇ ਉਸੇ ਸਿਸਟਮ 'ਚੋਂ SDM ਸਾਹਿਬ ਦੇ ਆਰਡਰ ਸੀਗੇ ਜੀ। ਉਹਨਾਂ ਨੇ ਕੋਈ ਇਹ ਨਹੀਂ ਸੀ ਆਖਿਆ ਕਿ ਸਿੱਧੀ ਗੋਲੀ ਚਲਾਓ, ਉਹਨਾਂ ਨੇ ਆਖਿਆ ਪੁਲਿਸ ਨੂੰ ਖਦੇੜਨ ਲਈ ਹਵਾਈ ਫਾਇਰ ਕਰਨੇ ਜਿਹੜੇ, ਜਿਹਨੂੰ ਕੋਈ ਰਬੜ ਦੀਆਂ ਗੋਲੀਆਂ ਵੀ ਕਹਿ ਦਿੰਦੇ ਆ,
ਤੇ ਹੁਣ ਮੈਨੂੰ ਬਾਹਲਾ ਟੈਕਨੀਕਲ ਇਹਨਾਂ ਗੱਲਾਂ ਬਾਰੇ ਪਤਾ ਨਹੀਂਗਾ ਤੇ ਇਹ ਐਸਟੀਐਮ ਸਾਹਿਬ ਦੇ ਆਰਡਰ ਸੀਗੇ। ਤੁਸੀਂ ਕਹਿ ਰਹੇ ਹੋ ਕਿ ਐਸਡੀਐਮ ਸਾਹਿਬ ਦੇ ਜਿਹੜੇ ਆਰਡਰ ਨੇ ਉਹਨਾਂ ਦੇ ਵੱਲੋਂ ਦਿੱਤੇ ਗਏ। ਨਵੀਂ ਸਿੱਟ ਬਣਾਈ ਗਈ ਸੀ ਕੋਟਕਪੂਰਾ ਗੋਲੀकांड ਦੀ ਜਾਂਚ ਦੇ ਲਈ, ਉਹਨਾਂ ਦੇ ਵੱਲੋਂ ਤੁਹਾਨੂੰ ਵੀ ਫਰਕ ਨਹੀਂ ਕੀਤਾ ਗਿਆ। ਤੁਸੀਂ ਜਨਤਾ ਨੂੰ ਕਿਵੇਂ ਯਕੀਨ ਦਿਵਾਓਗੇ ਕਿ ਤੁਸੀਂ ਬੇਗੁਨਾਹ ਹੋ ਇਸ ਸਭ ਦੇ? ਮੇਰੀ ਦੇਖੋ ਜਿਹੜੀ ਸਿੱਟ ਬਣਾਈ ਗਈ ਉਹਦੇ ਵਿੱਚ ਜਿੱਥੇ ਗੋਲੀ ਚੱਲੀ ਉੱਥੇ ਏਡੀਜੀਪੀ ਰੋਹਿਤ ਚੌਧਰੀ ਹਾਜ਼ਰ ਸੀ, ਉੱਥੇ ਆਈਜੀ ਉਮਰਾਨ ਨੰਗਲ ਹਾਜ਼ਰ ਸੀ, ਉੱਥੇ ਆਈਜੀ ਜੈਨ ਹਾਜ਼ਰ ਸੀ, ਉੱਥੇ ਡੀਆਈਜੀ ਖਟੜਾ ਹਾਜ਼ਰ ਸੀ, ਉੱਥੇ ਡੀਆਈਜੀ ਚਹਿਲ ਹਾਜ਼ਰ ਸੀ, ਉੱਥੇ ਫਰੀਦਕੋਟ ਦੇ ਐਸਐਸਪੀ, ਉੱਥੇ ਮੋਗੇ ਦੇ ਐਸਐਸਪੀ, ਉੱਥੇ ਆਪਣਾ ਮੁਕਤਸਰ ਦੇ ਐਸਐਸਪੀ, ਫਿਰੋਜ਼ਪੁਰ, ਫਾਜ਼ਿਲਕਾ ਜੋ ਵੀ ਸਾਡੀ ਡਿਵੀਜ਼ਨ ਹੈਗੀ ਆ, ਮਾਨਸਾ, ਬਠਿੰਡਾ, ਇਹ 6 ਜ਼ਿਲ੍ਹਿਆਂ ਦੇ ਐਸਐਸਪੀ ਉੱਥੇ ਸੀਗੇ। ਨਾਲ ਜਿਹੜਾ ਪੁਲਿਸ ਪ੍ਰਸ਼ਾਸਨ ਹੈ, ਮਤਲਬ ਜਿਵੇਂ ਆਪਾਂ ਡੀਸੀ ਸਾਹਿਬ ਜਾਂ ਐਸਡੀਐਮ ਸਾਹਿਬ ਜਾਂ ਕਮਿਸ਼ਨਰ ਸਾਹਿਬ, ਤੇ ਉਹ ਮੈਂ ਤਾਂ ਆਪਦੇ ਘਰੇ ਸੀ। ਸਿਰਫ ਨਾਂ ਪਰਚੇ 'ਚ ਪਾਇਆ ਗਿਆ ਉਮਰਾਨ ਨੰਗਲ ਦਾ, ਇੱਕ ਡੀਐਸਪੀ ਦਾ ਤੇ ਇੱਕ ਐਸਐਚਓ ਦਾ। ਤੇ ਐਸਐਚਓ ਸੀ ਜਿਹੜਾ ਐਸਐਚਓ ਦਾ ਜਦੋਂ ਇਹ ਵੀ ਘਟਨਾ ਹੋਵੇ ਐਸਐਚਓ ਕੋਲ ਤਾਂ ਟਾਈਮ ਹੀ ਨਹੀਂ ਹੁੰਦਾ ਗਾ ਇੰਨਾ, ਉਹਦਾ ਅਫਸਰ ਇੰਨੇ ਆਏ ਹੁੰਦੇ ਆ, ਕੋਈ ਚਾਹ ਮੰਗਦਾ, ਕੋਈ ਪਾਣੀ ਮੰਗਦਾ, ਕੋਈ ਕਾਗਜ਼ ਲਿਆ ਦਿਓ, ਆਹ ਮੰਗਾ ਦਿਓ, ਐਸਐਚਓ ਉਧਰਲੇ ਪਾਸੇ ਰਹਿ ਜਾਂਦਾ। ਤੇ ਮੈਂ ਤਾਂ ਆਪਦੇ ਘਰੇ ਸੀਗਾ। ਇਹ ਤਾਂ ਪੋਲੀਟੀਕਲ ਆਪਣਾ ਵੰਡੇਟਾ ਕਹਿ ਸਕਦੇ ਹਾਂ। ਮੇਰਾ ਜਿਹੜਾ ਨਾਂ ਪਾਇਆ ਗਿਆ, ਮੇਰਾ ਕੀ ਰੋਲ ਆ ਉੱਥੇ? ਜਦੋਂ ਐਡੇ ਵੱਡੇ ਅਫਸਰ ਜਿਹੜੇ ਉਹਨਾਂ 'ਚ ਚੁਣ ਕੇ ਅਫਸਰ ਪਾਏ ਇਹਨਾਂ ਨੇ, ਬਾਕੀ ਅਫਸਰ ਛੱਡਤੇ ਜਿਹੜੇ ਮੌਕੇ 'ਤੇ ਹਾਜ਼ਰ ਸੀ, ਉਹਨਾਂ ਦੀਆਂ ਤਸਵੀਰਾਂ ਵੀ ਜਾਰੀ ਹੋ ਚੁੱਕੀਆਂ ਸਾਰਿਆਂ ਦੀਆਂ। ਇਹ ਸਭ ਪ੍ਰੀ ਪਲਾਨ ਸੀਗਾ ਜੀ, ਪ੍ਰੋਗਰਾਮ ਜਿਹੜਾ ਹੈਗਾ ਉਹਨਾਂ ਦਾ ਮਿਥ ਕੇ ਸੀਗਾ ਉਹਨਾਂ ਨੇ, ਕਿਉਂਕਿ ਉਹਨਾਂ ਦਾ ਪ੍ਰੈਸ਼ਰ ਸੀਗਾ ਕਿ ਕਿਸੇ ਤਰੀਕੇ ਨਾਲ ਤੁਸੀਂ ਆਖੋ ਵੀ ਪ੍ਰਕਾਸ਼ ਸਿੰਘ ਬਾਦਲ ਜੀ ਨੇ ਆਹ ਗੱਲ ਆਖੀ ਹੈ। ਜੇ ਮੈਨੂੰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਇਹੋ ਜਿਹੀ ਕੋਈ ਗੱਲ ਆਖੀ ਹੁੰਦੀ ਤਾਂ ਗੁਰੂ ਗ੍ਰੰਥ ਸਾਹਿਬ ਨਾਲੋਂ ਤਾਂ ਵੱਡਾ ਸਾਨੂੰ ਕੋਈ ਵੀ ਨਹੀਂ ਗਾ, ਅਸੀਂ ਉਹਦੇ ਕਹਿੰਦੇ ਇਹ ਗਲਤ ਗੱਲ ਹੈ ਜੀ। ਤੇ ਇਸ ਕਰਕੇ ਜਿਹੜਾ ਹੈ ਕਿ ਵੀ ਮੈਂ ਨਾਂ ਨਹੀਂ ਲਿਆ। ਜੇ ਉਹਨਾਂ ਨੇ ਕਿਹਾ ਹੁੰਦਾ ਤਾਂ ਫਿਰ ਮੈਨੂੰ ਕੀ ਸੰਕੋਚ ਸੀਗਾ, ਗੁਰੂ ਨਾਲੋਂ ਕੌਣ ਚੰਗਾ ਹੈਗਾ। ਤੇ ਇਸ ਕਰਕੇ ਉਹਨਾਂ ਨੇ ਫਿਰ ਉਸੇ ਰੋਸ ਦੇ ਵਿੱਚ ਮੇਰਾ ਨਾਂ ਪਤਾ ਜੀ ਉਹਦੇ ਵਿੱਚ। ਤੇ ਸਭ ਦੇ ਵਿੱਚ ਤੁਸੀਂ ਕੁੰਵਰ ਵਿਜੇ ਪ੍ਰਤਾਪ ਦੀ ਜਾਂਚ ਨੂੰ ਕਿਵੇਂ ਵੇਖਦੇ ਹੋ? ਕੁੰਵਰ ਵਿਜੇ ਪ੍ਰਤਾਪ ਦੀ ਜਾਂਚ ਹੈ ਉਹ ਤੁਸੀਂ ਹੁਣ ਵੇਖ ਹੀ ਲਿਆ ਜੀ। ਉਹਦੀ ਪਲੈਨਿੰਗ, ਉਹ ਤਾਂ ਪੋਲੀਟਿਕਸ ਕਰ ਰਿਹਾ ਜੀ। ਉਹ ਪਹਿਲਾਂ ਵੀ ਇਲੈਕਸ਼ਨ ਲੜਨਾ ਚਾਹੁੰਦਾ ਸੀਗਾ, ਉਹਨੂੰ ਟਿਕਟ ਨਹੀਂ ਮਿਲੀ। ਉਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਤੋਂ ਇਲੈਕਸ਼ਨ ਲੜਨਾ ਚਾਹੁੰਦਾ ਸੀ, ਉਹਨੂੰ ਟਿਕਟ ਨਹੀਂ ਮਿਲੀ। ਉਹਦੀ ਪੂਰੀ ਤਿਆਰੀ ਸੀਗੀ ਉੱਥੇ। ਉਦੋਂ ਬਾਅਦ ਅੱਜ ਦੇ ਆਹ ਹਾਈ ਕੋਰਟ ਦਾ ਹੁਕਮ ਆ ਗਿਆ ਤੇ ਉਦੋਂ ਬਾਅਦ ਉਹ ਨਾਲ ਦੀ ਨਾਲ ਉਹਨੇ ਰਿਜ਼ਾਈਨ ਕਰਕੇ ਉਹਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ। ਮੈਂ ਸਮਝਦਾ ਇਹਦੇ ਵਿੱਚ ਬਹੁਤ ਵੱਡਾ ਰੋਲ ਹੈ ਜਿਹੜਾ ਉਹ ਆਮ ਆਦਮੀ ਪਾਰਟੀ ਦਾ ਵੀ ਹੈ, ਜਿਹੜਾ ਕੁੰਵਰ ਵਿਜੇ ਪ੍ਰਤਾਪ ਤੋਂ ਜਾਂਚ ਨੂੰ ਟੇਢੇ ਮੇਢੇ ਢੰਗ ਨਾਲ ਕਰਾਉਣਾ। ਨਹੀਂ ਤਾਂ ਮਾਨਯੋਗ ਕੋਰਟ ਹੈ ਜਿਹੜੀ, ਕੋਰਟ ਜੇ ਸਹੀ ਜਾਂਚ ਹੋਈ ਹੋਵੇ ਕੋਰਟ ਉਹਨੂੰ ਰਿਜੈਕਟ ਨਹੀਂ ਕਰਦੀ। ਜਦੋਂ ਜਾਂਚ ਹੀ ਇੱਕ ਤਰਫਾ ਹੋਈ ਹੋਵੇ ਫਿਰ ਕੋਰਟ ਰਿਜੈਕਟ ਕਰਦੀ ਹੈ। ਫਿਰ ਕਈ ਫੋਨ ਕਾਲਸ ਡੀਜੀਪੀ ਸੁਮੀਤ ਸੈਣੀ ਨੂੰ ਵੀ ਹੋਈਆਂ, ਉਸ ਦੇ ਵਿੱਚ ਕਾਫੀ ਨਾਮ ਜਿਹੜਾ ਤੁਹਾਡਾ ਵੀ ਉਛਲਿਆ ਤੇ ਇਹ ਵਿੱਚ ਦੀ ਤੁਸੀਂ ਐਂਟੀਸਪੇਟਰੀ ਬੇਲ ਵੀ ਲਈ। ਇਹ ਸਭ ਦੇ ਬਾਰੇ ਤੁਸੀਂ ਕੀ ਕਹੋਗੇ? ਕਿਉਂਕਿ ਜਿਹੜੀਆਂ ਫੋਨ ਕਾਲਸ ਹੋਈਆਂ ਨੀਅਰ ਅਬਾਊਟ ਕੁਝ ਮਿੰਟਾਂ ਦੀਆਂ ਹੋਈਆਂ, ਕੋਈ 14 ਮਿੰਟ ਦੀ ਹੋਈ, ਕੋਈ 7-8 ਮਿੰਟ ਦੀ ਹੋਈ। ਨਹੀਂ, 16 ਮਿੰਟ ਦੀ ਕੋਈ ਗੱਲ ਨਹੀਂ ਹੋਈ ਜੀ। ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਕਿ ਸੁਮੇਧ ਸਿੰਘ ਸੈਣੀ ਜੀ ਦਾ ਮੈਨੂੰ ਫੋਨ ਆਇਆ ਸੀਗਾ ਜਦੋਂ ਅਸੀਂ ਕਮਿਸ਼ਨਰ ਸਾਹਿਬ ਦੀ ਕੋਠੀ ਬੈਠੇ ਸੀਗੇ ਤੇ ਉੱਥੋਂ ਅਸੀਂ ਚੱਲਣ ਲੱਗੇ ਸੀਗੇ। ਮੈਂ ਆਪਦੇ ਘਰ ਨੂੰ ਆਉਣ ਲੱਗਾ ਸੀਗਾ ਤੇ ਉਹਨਾਂ ਨੇ ਕੋਟਕਪੂਰੇ ਜਾਣਾ ਸੀਗਾ। ਉਹਨਾਂ ਨੇ ਸੀਐਮ ਸਾਹਿਬ ਨੇ ਕੁਦਰਤੀ ਉਹਨਾਂ ਨਾਲ ਗੱਲ ਕੀਤੀ ਹੋਣੀ ਸਾਡੇ ਫੋਨ ਤੋਂ ਬਾਅਦ ਤੇ ਆਪਾਂ ਜਦੋਂ ਸਾਨੂੰ ਕਹਿੰਦਾ ਵੀ ਆਪਾਂ ਫੋਰਸ ਯੂਜ਼ ਨਹੀਂ ਕਰਨੀ, ਉਹਨਾਂ ਨੇ ਵੀ ਆਖਿਆ ਹੋਣਾ ਇਹ ਗੱਲ। ਤੇ ਉਹਨਾਂ ਨੇ ਜਿਹੜਾ ਮੈਨੂੰ ਉਹਨਾਂ ਦੇ ਆਪਰੇਟਰ ਦਾ ਫੋਨ ਆਇਆ ਪਹਿਲਾਂ ਉਹ ਪੁੱਛਿਆ ਮੈਨੂੰ ਉਹਨਾਂ ਨੇ ਕਿ ਤੁਸੀਂ ਅਵਤਾਰ ਸਿੰਘ ਬਰਾੜ ਬੋਲ ਰਹੇ ਹੋ, ਕਿਉਂਕਿ ਅਵਤਾਰ ਸਿੰਘ ਬਰਾੜ ਬੜੇ ਪਾਪੂਲਰ ਲੀਡਰ ਸੀਗੇ, ਕਾਂਗਰਸ ਪਾਰਟੀ ਦੇ ਫੇਸ ਸਾਡੇ ਨਾਲ ਆ ਗਏ ਸੀਗੇ, ਐਮਐਲਏ ਵੀ ਰਹੇ, ਮਿਨਿਸਟਰ ਵੀ ਰਹੇ ਆ ਉਹ। ਕਿ ਸੈਣੀ ਸਾਹਿਬ ਨਾਲ ਮੇਰਾ ਬਹੁਤਾ ਆਉਣ ਜਾਣ ਹੈ ਨਹੀਂ ਸੀਗਾ, ਚਾਹੇ ਸਰਕਾਰ ਦੇ ਵਕਤ ਵੀ ਮੇਰਾ ਕੋਈ ਆਉਣ ਜਾਣਾ ਉਹਨਾਂ ਨਾਲ ਬਿਲਕੁਲ ਨਹੀਂ ਰਿਹਾ ਗਾ। ਤੇ ਮੈਂ ਕਿਹਾ ਨਹੀਂ ਜੀ ਮੈਂ ਤਾਂ ਮਨਤਾਰ ਸਿੰਘ ਬਰਾੜ ਬੋਲਦਾ। ਉਹਨਾਂ ਨੇ ਫੋਨ ਕੱਟਤਾ ਉਹਨਾਂ ਦੇ ਆਪਰੇਟਰ ਨੇ। ਫਿਰ 5 ਮਿੰਟ ਬਾਅਦ ਦੁਬਾਰਾ ਫੋਨ ਆਇਆ ਤੇ ਜਦੋਂ ਦੁਬਾਰਾ ਫੋਨ ਆਇਆ ਉਦੋਂ ਅਸੀਂ ਕਾਰਾਂ 'ਚ ਬੈਠ ਚੁੱਕੇ ਸੀਗੇ। ਤੇ ਉਹ ਫੋਨ ਜਦੋਂ ਆਇਆ ਉਹ ਆਂਦੇ ਵੀ ਤੁਸੀਂ ਐਮਐਲਏ ਕੋਟਕਪੂਰਾ ਮਨਤਾਰ ਸਿੰਘ ਬਰਾੜ ਬੋਲਦੇ ਹੋ? ਮੈਂ ਕਿਹਾ ਹਾਂਜੀ। ਤੇ ਉਹਨਾਂ ਨੇ ਮੈਨੂੰ ਆਖਿਆ ਕਿ ਤੁਹਾਡੇ ਨਾਲ ਸੈਣੀ ਸਾਹਿਬ ਗੱਲ ਕਰਨੀ ਚਾਹੁੰਦੇ ਆ। ਮੈਂ ਕਿਹਾ ਜੀ ਕਰਾ ਦਿਓ। ਤੇ ਉਹ ਫਿਰ ਉਹਨਾਂ ਦੀ ਕਿਤੇ ਹੋਰ ਗੱਲ ਚੱਲ ਰਹੀ ਸੀਗੀ, ਉਹਨਾਂ ਨੇ ਹੋਲਡ ਰਖਾ ਲਿਆ ਫੋਨ। ਘੱਟੋ ਘੱਟ ਮੇਰਾ ਫੋਨ 8 ਮਿੰਟ ਹੋਲਡ ਰਿਹਾ ਹੋਣਾ। ਫਿਰ ਮੈਂ ਉਹਨੂੰ ਆਪਰੇਟਰ ਨੂੰ ਆਖਿਆ, ਮੈਂ ਕਿਹਾ ਯਾਰ ਜਾਂ ਦੁਬਾਰਾ ਫੋਨ ਲਾ ਲਈ ਤੇ ਜਾਂ ਫਿਰ ਮੇਰੀ ਗੱਲ ਕਰਾ ਦੇ। ਉਹ ਕਹਿੰਦਾ ਜੀ ਬਸ 1 ਮਿੰਟ ਹੀ ਰੁਕੋ ਤੁਸੀਂ। ਫਿਰ ਮੇਰੇ ਨਾਲ ਗੱਲ ਤਾਂ ਉਹਨਾਂ ਦੀ 1-2 ਮਿੰਟ ਹੀ ਹੋਈ ਹੈ। ਤੇ ਦੂਸਰੀ ਜਿਹੜੀ ਹੈਗੀ ਹੈ ਗੱਲ ਮੇਰੀ, ਜਿਹੜਾ 6 ਵਜੇ ਉਹਨਾਂ ਦਾ ਫੋਨ ਮੈਨੂੰ ਆਇਆ, ਮੇਰੇ ਵੱਲੋਂ ਉਹਨਾਂ ਨੂੰ ਕੋਈ ਕਾਲ ਨਹੀਂ ਗਈ, ਉਹਨਾਂ ਦੀ ਫੋਨ ਆਇਆ 3 ਵਜੇ। ਹਾਂ 3 ਵਜੇ ਜਦੋਂ ਆਏ ਉਹਨਾਂ ਦੀ ਫੋਨ ਆਇਆ। ਵੱਡੀ ਫੋਨ ਰਿਕਾਰਡਿੰਗ ਫੋਨ ਉਹ ਹੋਲਡ ਰਿਹਾ, ਫੋਨ 8-9 ਮਿੰਟ ਹੋਲਡ ਰਿਹਾ, ਕਿਉਂਕਿ ਸੈਂਸਿਟਿਵ ਇਸ਼ੂ ਕਰਕੇ ਉਹਨਾਂ ਦੀ ਵੀ ਹੋਰ ਕਿਤੇ ਗੱਲ ਚੱਲਦੀ ਹੋਣੀ ਹੈ ਕਿਸੇ ਨਾ ਕਿਸੇ ਫੋਨ ਦੇ ਉੱਤੇ। ਠੀਕ ਹੈ। ਤੇ ਆਮ ਕਰਕੇ ਆਪਾਂ ਦੇਖਦੇ ਹਾਂ ਕਿ ਜਦੋਂ ਇਸ ਤਰ੍ਹਾਂ ਦਾ ਕੋਈ ਮਾਮਲਾ ਹੁੰਦਾ ਤੇ ਪਾਰਟੀ ਦੀ ਅੰਦਰੋਂ ਹੀ ਜਿਹੜੀ ਫੁੱਟ ਪੈਣੀ ਸ਼ੁਰੂ ਹੋ ਜਾਂਦੀ ਹੈ, ਵਿਰੋਧ ਹੋਣਾ ਉਸੇ ਲੀਡਰ ਦਾ ਸ਼ੁਰੂ ਹੋ ਜਾਂਦਾ ਜਿੱਥੋਂ ਦਾ ਉਹ ਲੀਡਰ ਹੁੰਦਾ। ਪਰ ਤੁਹਾਡੀ ਪਾਰਟੀ 'ਚ ਅਕਾਲੀ ਦਲ 'ਚ ਇਹੋ ਜਿਹਾ ਨਹੀਂ ਵੇਖਣ ਨੂੰ ਮਿਲਿਆ। ਹਾਲਾਂਕਿ ਜਿਹੜੀ ਫੁੱਟ ਹੈ ਦੂਸਰੀਆਂ ਪਾਰਟੀਆਂ ਦੇ ਸਾਹਮਣੇ ਜ਼ਰੂਰ ਆਈ ਹੈ। ਨਹੀਂ, ਸਾਡੀ ਪਾਰਟੀ ਜਿਹੜੀ ਹੈਗੀ ਆ, ਅਸੀਂ
ਇੱਕ ਤਾਂ ਪੁਰਾਣੀ ਪਾਰਟੀ ਹੈ ਸਾਡੀ, 100 ਸਾਲ ਪੁਰਾਣੀ ਪਾਰਟੀ ਹੋ ਗਈ ਹੈ। ਇੱਕ ਸਾਡੀ ਪਾਰਟੀ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਬਹੁਤ ਸਤਿਕਾਰ ਹੈ। ਸਾਡੀ ਪਾਰਟੀ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਬਹੁਤ ਸਤਿਕਾਰ ਹੈ, ਕਿਉਂਕਿ ਉਹ ਹਰ ਇੱਕ ਵਰਕਰ ਦੀ ਬਾਂਹ ਫੜਦੇ ਆ, ਉਹਦੇ ਨਾਲ ਖੜਦੇ ਆ ਤੇ ਉਹ ਕੰਮ ਵੀ ਡਟ ਕੇ ਕਰਦੇ ਆ। ਇਸ ਕਰਕੇ ਕੋਈ ਇਹੋ ਜਿਹੀ ਫੁੱਟ ਵਾਲੀ ਗੱਲ ਨਹੀਂ। ਆ ਜਿਹੜੇ ਹੁਣ ਦੂਜੇ ਅੱਡ ਹੋਏ ਆ, ਦੇਖੋ ਹੁਣ ਕਹਿੰਦੇ ਆ ਬੇਅਦਬੀ ਦਾ ਇਸ਼ੂ ਸੀਗਾ ਜੀ, ਫਲਾਨਾ ਇਸ਼ੂ ਸੀਗਾ ਜੀ, ਟਿਮਕਾ ਇਸ਼ੂ ਸੀਗਾ ਜੀ। ਆ ਜਿਹੜੇ ਦੂਸਰਾ ਅਕਾਲੀ ਦਲ ਬਣਿਆ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਚਲੋ ਮੇਰੇ ਸਤਿਕਾਰਯੋਗ ਆ, ਮੇਰੇ ਪਿਤਾ ਜੀ ਦੇ ਸਾਥੀ ਰਹੇ ਸਾਰੇ ਜਾਣੇ। ਤੇ ਪਰ ਫਿਰ ਜੇ ਇਹੀ ਗੱਲ ਸੀਗੀ ਤਾਂ ਉਹ 2 ਸਾਲ ਪਏ ਸੀ ਉਦੋਂ, ਤਾਂ ਫਿਰ ਉਹਦੇ ਪਾਸੇ ਹੋ ਜਾਂਦੇ। ਇਹ ਸਭ ਡਰਾਮੇਬਾਜ਼ੀ ਕਰੀ ਜਾਂਦੇ ਸਾਰੇ ਜਾਣੇ। ਤੇ ਆਮ ਕਰਕੇ ਆਪਾਂ ਕੋਟਕਪੂਰਾ ਗੋਲੀकांड ਦੀ ਗੱਲ ਕਰ ਰਹੇ ਹਾਂ ਤਾਂ ਜ਼ਿਆਦਾਤਰ ਲੋਕ ਇਸ ਨੂੰ ਬਾਬਲ ਕਲਾਂ ਗੋਲੀकांड ਨਾਲ ਵੀ ਜੋੜ ਕੇ ਦੇਖ ਲੈਂਦੇ ਨੇ। ਉਹ ਸੈਪਰੇਟ ਹੈਗਾ ਜੀ, ਕਿਉਂਕਿ ਜਦੋਂ ਕੋਟਕਪੂਰੇ ਘਟਨਾ ਹੋਈ ਤੇ ਪਿੰਡਾਂ ਦੇ ਵਿੱਚ ਹੋਕੇ ਦਿੱਤੇ ਗਏ ਕਿ ਐਂ ਕਰਕੇ ਕੋਟਕਪੂਰੇ ਇੰਨੇ ਬੰਦੇ ਮਰ ਗਏ, ਇੰਨੇ ਮਰ ਗਏ, ਇੰਨੇ ਮਰ ਗਏ। ਤੇ ਲੋਕ ਉੱਥੇ ਬਰਗਾੜੀ ਦੇ ਨੇੜੇ ਹੈਗਾ ਬਿਲਕੁਲ ਹੀ ਨਾਲ ਹੈ, ਤੇ ਲੋਕ ਉੱਥੇ ਇਕੱਠੇ ਹੋਣੇ ਚਾਲੂ ਹੋ ਗਏ। ਤੇ ਉੱਥੇ ਫਿਰ ਮਤਲਬ ਮੇਰਾ ਇਹ 11 ਵਜੇ, ਪੌਣੇ 11 ਜਾਂ 11 ਵਜੇ ਦਾ ਟਾਈਮ ਹੋਣਾ ਜੀ, ਜਿਹੜੇ ਕੋਟਕਪੂਰੇ ਵਾਲਾ ਪੌਣੇ 7 ਵਜੇ ਦਾ ਜੀ। ਤੇ ਉੱਥੋਂ ਫਿਰ ਜਦੋਂ ਪੁਲਿਸ ਬਰਗਾੜੀ ਨੂੰ ਜਾਂਦੀ ਸੀਗੀ ਤੇ ਉੱਥੇ ਉਹਨਾਂ ਦਾ ਟਕਰਾਅ ਹੋ ਗਿਆ ਪੁਲਿਸ ਨਾਲ। ਤੇ ਉੱਥੇ ਘਟਨਾ ਅਚਾਨਕ ਹੀ ਘਟੀ ਆ, ਉਹ ਕੋਈ ਇਹੋ ਜਿਹੀ ਪਲਾਨਡ ਘਟਨਾ ਨਹੀਂ ਸੀ। ਅਲੱਗ-ਅਲੱਗ ਇਸ਼ੂਜ਼ ਨੂੰ ਲੋਕ ਇੱਕ ਕਰਕੇ ਦੇਖ ਰਹੇ ਨੇ। ਤੇ ਆਪਾਂ ਇਲੈਕਸ਼ਨ ਦੀ ਫਿਰ ਤੋਂ ਗੱਲ ਕਰ ਲਈਏ, ਕਿਉਂਕਿ ਹੁਣ ਆਪਾਂ ਸਟੇਟ ਦੇ ਕੁਐਸਚਨਸ ਤੇ ਵੱਲ ਆ ਰਹੇ ਹਾਂ। ਜਿਸ ਤਰ੍ਹਾਂ ਕਿ ਤੁਸੀਂ ਕੋਟਕਪੂਰਾ ਵਿਧਾਨ ਸਭਾ ਤੋਂ ਇਲੈਕਸ਼ਨ ਲੜ ਰਹੇ ਹੋ, ਔਰ ਕਿਆਸ ਇਹ ਵੀ ਲੱਗ ਰਹੇ ਨੇ ਕਿ ਰਵਿੰਦਰ ਆਂਵਲਾ ਇੱਥੋਂ ਲੜ ਸਕਦੇ ਨੇ, ਕਿਉਂਕਿ ਜਿੱਥੋਂ ਤੱਕ ਜਾਣਕਾਰੀ ਹੈ ਕਿ ਕਾਂਗਰਸ ਸੀਟਾਂ ਦਾ ਹੇਰ-ਫੇਰ ਘੱਟ ਕਰਦੀ ਹੈ। ਦੇਖੋ ਜੀ, ਰਜਿੰਦਰ ਕੌਰ ਭੱਠਲ ਜੀ ਮੁੱਖ ਮੰਤਰੀ ਰਹੇ ਆ, ਉਹਨਾਂ ਨੇ ਵੀ ਆਪਣੀ ਸੀਟ ਬਦਲਣ ਲਈ ਕੋਸ਼ਿਸ਼ ਕੀਤੀ ਸੀ। ਬੜੇ ਪੁਰਾਣੇ ਲੀਡਰ ਹੈ, ਫਰੀडम ਫਾਈਟਰ ਪਰਿਵਾਰ ਹੈ, ਬੜੇ ਲੰਮਾ ਸਮਾਂ MLA ਰਹੇ, ਮੰਤਰੀ ਵੀ ਰਹੇ, ਮੁੱਖ ਮੰਤਰੀ ਵੀ ਰਹੇ ਆ। ਸੀਟ ਉਹਨਾਂ ਦੀ ਨਹੀਂ ਬਦਲੀ ਗਈ, ਘੱਟ ਸੀਟਾਂ ਬਦਲੀਆਂ ਜਾਂਦੀਆਂ। ਪਰ ਜੋ ਬਦਲੀ ਵੀ ਜਾਵੇ, ਆਪਾਂ ਸਾਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਚਾਹੇ ਇੱਥੋਂ ਕੈਪਟਨ ਅਮਰਿੰਦਰ ਸਿੰਘ ਆਪ ਆ ਜਾਣ, ਚਾਹੇ ਨਵਜੋਤ ਸਿੰਘ ਸਿੱਧੂ ਆ ਜਾਣ, ਤੇ ਚਾਹੇ ਆਂਵਲਾ ਆ ਜਾਏ, ਤੇ ਚਾਹੇ ABCD ਕੋਈ ਮਰਜ਼ੀ ਆ ਜਾਏ, ਸਾਡੀ ਸਿਹਤ 'ਤੇ ਕੋਈ ਅਸਰ ਨਹੀਂ ਇਸ ਗੱਲ। ਮਤਲਬ ਜਿਸ ਤਰ੍ਹਾਂ ਅਕਾਲੀ ਦਲ ਹੁਣ ਕਈ ਵੱਡੇ ਵਾਅਦੇ ਕਰ ਰਿਹਾ, 10-10 ਲੱਖ ਦਾ ਬੀਮਾ ਕਾਰਡਸ ਦੀ ਗੱਲ ਕਰ ਰਿਹਾ, ਸਟੂਡੈਂਟਸ ਨੂੰ ਖਾਸੇ ਜਿਹੜੇ ਪੈਸੇ ਦੇਣ ਦੀ ਗੱਲ ਕਰ ਰਿਹਾ, ਉਸ ਤੋਂ ਇਲਾਵਾ ਬਿਜਲੀ ਦੀ ਗੱਲ ਕਰ ਰਿਹਾ ਕਿ ਇੰਨੇ ਯੂਨਿਟਸ ਅਸੀਂ ਫ੍ਰੀ ਦੇਵਾਂਗੇ। ਇਹਨਾਂ ਕੁਝ ਅਕਾਲੀ ਦਲ ਮੈਨੇਜ ਕਿਵੇਂ ਕਰੇਗਾ, ਕਿਉਂਕਿ ਕਾਂਗਰਸ ਤਾਂ ਕਹਿ ਰਹੀ ਹੈ ਕਿ ਸਾਡੇ ਵੱਲ ਤਾਂ ਖਜ਼ਾਨਾ ਜਿਹੜਾ ਬਿਲਕੁਲ ਇਸ ਵੇਲੇ ਖਾਲੀ ਹੈ। ਦੇਖੋ ਜੀ, ਗੱਲ ਇਹ ਹੈ ਕਿ ਜਦੋਂ 97 ਦੇ ਵਿੱਚ ਸਰਕਾਰ ਬਣੀ ਹੈ, ਮੈਂ ਚਾਹੇ ਉਦੋਂ ਇੰਡੀਪੈਂਡੈਂਟ ਜਿੱਤਿਆ ਸੀਗਾ, ਲੇਕਿਨ ਇੰਡੀਪੈਂਡੈਂਟ ਦਾ ਬਿਲਕੁਲ ਮੌਕੇ 'ਤੇ ਬਣਿਆ ਮੌਕਾ ਇਲੈਕਸ਼ਨ ਵੇਲੇ। ਉਦੋਂ ਪਹਿਲਾਂ ਮੈਂ ਅਕਾਲੀ ਦਲ ਦਾ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਵੀ ਸੀਗਾ, ਜਨਰਲ ਸੈਕਟਰੀ ਵੀ ਸੀਗਾ ਫਰੀਦਕੋਟ ਜ਼ਿਲ੍ਹੇ ਦਾ। ਮੈਂ 88 'ਚ ਬਣਿਆ ਸੀ ਜਨਰਲ ਸੈਕਟਰੀ ਫਰੀਦਕੋਟ ਜ਼ਿਲ੍ਹੇ ਦਾ। ਤੇ ਸਾਡੀ ਇੱਕ ਬੜੀ ਵੱਡੀ ਇਲੈਕਸ਼ਨ ਤੋਂ 4 ਮਹੀਨੇ ਪਹਿਲਾਂ ਇੱਕ ਬੜੀ ਵੱਡੀ ਅਸੀਂ ਇਕੱਠ ਕੀਤਾ ਮੋਗੇ ਸਾਰੇ ਪੰਜਾਬ ਦਾ, ਤੇ ਉੱਥੇ ਅਸੀਂ ਫੈਸਲਾ ਕੀਤਾ, ਆਪਦਾ ਮੈਨੀਫੈਸਟੋ ਜਾਰੀ ਕੀਤਾ ਕਿ ਜੇਕਰ ਸਾਡੀ ਸਰਕਾਰ ਬਣੀ ਤਾਂ ਅਸੀਂ ਸਭ ਤੋਂ ਪਹਿਲਾਂ ਕਿਸਾਨਾਂ ਦੇ ਮੋਟਰਾਂ ਦੇ ਬਿੱਲ ਮਾਫ ਕਰਾਂਗੇ, ਫਿਰ ਮਾਮਲਾ ਮਾਫ ਕਰਾਂਗੇ, ਫਿਰ ਅਸੀਂ ਫੈਸਲਾ ਕੀਤਾ ਕਿ ਦਲਿਤਾਂ ਨੂੰ ਅਸੀਂ 100 ਯੂਨਿਟ ਬਿਜਲੀ ਦੇ ਮਾਫ ਕਰਾਂਗੇ, ਫਿਰ ਅਸੀਂ ਫੈਸਲਾ ਕੀਤਾ ਕਿ 5100 ਰੁਪਏ ਦੀ ਸ਼ਗਨ ਸਕੀਮ ਹੈ ਜਿਹੜੀ ਉਹ ਅਸੀਂ ਦੇਵਾਂਗੇ, ਫਿਰ ਅਸੀਂ ਫੈਸਲਾ ਕੀਤਾ ਕਿ ਬਜ਼ੁਰਗਾਂ ਲਈ 250 ਰੁਪਏ ਜਿਹੜਾ ਹੈਗਾ ਪੈਨਸ਼ਨ ਦੇਵਾਂਗੇ। ਇਹ ਸਾਰੀਆਂ ਅਸੀਂ ਬਣਦੇ ਸਾਰ 6 ਮਹੀਨਿਆਂ ਦੇ ਅੰਦਰ ਅੰਦਰ ਸਾਰੀਆਂ ਸਹੂਲਤਾਂ ਦੇਣੀਆਂ ਚਾਲੂ ਕਰਤੀਆਂ ਸੀ, ਸਾਨੂੰ ਕੋਈ ਸਮੱਸਿਆ ਨਹੀਂ ਆਈਗੀ। ਉਦੋਂ ਬਾਅਦ ਫਿਰ 2007 ਸਾਡੀ ਸਰਕਾਰ ਬਣੀ, ਅਸੀਂ ਭਾਵੇਂ ਹਾਰ ਗਏ ਤੇ 2012 'ਚ ਮੈਂ ਜਿੱਤਿਆ ਤੇ 10 ਸਾਲ ਸਾਡੀ ਸਰਕਾਰ ਰਹੀ। ਅਸੀਂ ਫਿਰ ਆਟਾ ਦਾਲ ਵੀ ਜੋੜੀ ਨਾਲ, ਫਿਰ ਬਿਜਲੀ ਦੇ ਵੀ 200 ਯੂਨਿਟ ਅਸੀਂ ਮਾਫ ਕੀਤੇ, ਫਿਰ ਅਸੀਂ ਆਪਣਾ ਪਹਿਲਾਂ ਐਸੀਆਂ ਨੂੰ ਸੀ, ਫਿਰ ਅਸੀਂ BC ਕੈਟੇਗਰੀ ਵਿੱਚ ਲਈ। ਅਸੀਂ ਸਾਰਾ ਕੁਝ ਕਰਦੇ ਰਹੇ ਹਾਂ ਜੀ, ਸ਼ਗਨ ਸਕੀਮ ਵੀ ਵਧਾਈ ਹੈ, ਅਸੀਂ ਸਾਰਾ ਕੁਝ ਪਲਾਨ ਕਰ ਚੁੱਕੇ ਹਾਂ ਜੀ। ਇਹ ਸਿਰਫ ਇਹਨਾਂ ਦੀ ਨੈਗਲੀਜੈਂਸੀ ਹੈ, ਕਿਉਂਕਿ ਜਿਹੜਾ ਪਿੰਡ ਦਾ ਸਰਪੰਚ ਹੈ, ਜੇ ਉਹ ਪਿੰਡ ਦਾ ਸਰਪੰਚ ਬਣ ਕੇ ਸ਼ਹਿਰ 'ਚ ਰਹਿਣ ਲੱਗ ਜੇ, ਉਹ ਫੇਲ ਹੋ ਜਾਂਦਾ ਹੈ। ਜੇ ਪਿੰਡ 'ਚ ਗੇੜਾ ਨਾ ਮਾਰੇ, ਉਹ ਫੇਲ ਹੋ ਜਾਂਦਾ ਹੈ। ਜਿਹੜਾ ਮਿਊਨਿਸਪਲ ਕਮੇਟੀ ਦਾ ਪ੍ਰਧਾਨ ਹੈ, ਜੇ ਉਹ ਆਪਦੇ ਸ਼ਹਿਰ ਦੇ ਵਿੱਚ ਵਾਰਡਾਂ ਦੇ ਵਿੱਚ ਵੱਖ-ਵੱਖ ਜਾ ਕੇ ਨਾ ਵੇਖੇ, ਸਮੱਸਿਆ ਨਾਲ ਲੋਕਾਂ ਦੀਆਂ ਸੁਣੇ, ਉਹ ਫੇਲ ਹੋ ਜਾਂਦਾ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੈ, ਉਹਨਾਂ ਨੂੰ ਆਪਾਂ ਪੰਜਾਬ ਦੇ ਸਰਪੰਚ ਵੀ ਕਹਿ ਸਕਦੇ ਹਾਂ, ਪੰਜਾਬ ਦੇ ਮੇਅਰ ਵੀ ਕਹਿ ਸਕਦੇ ਹਾਂ, ਪੰਜਾਬ ਦੇ ਮਿਊਨਿਸਪਲ ਕਮੇਟੀ ਦੇ ਪ੍ਰਧਾਨ ਵੀ ਕਹਿ ਸਕਦੇ ਹਾਂ, ਇੱਕ ਇਕਾਈ ਮੰਨ ਲਈਏ ਆਪਾਂ, ਤੇ ਮੁੱਖ ਮੰਤਰੀ ਤਾਂ ਹੈਗੇ ਆ ਉਹ। ਇਸ ਲਈ ਜਦੋਂ ਉਹ ਬਾਹਰ ਨਿਕਲੇ ਹੀ ਨਹੀਂ ਗਏ, ਤੁਸੀਂ ਦੇਖੋ ਬਾਬਾ ਫਰੀਦ ਦਾ ਮੇਲਾ ਸਾਡੇ ਫਰੀਦਕੋਟ ਹੁੰਦਾ ਹੈ। ਬਾਬਾ ਫਰੀਦ ਦੇ ਮੇਲੇ ਦੇ ਉੱਤੇ, ਹਰੇਕ ਮੇਲੇ ਦੇ ਉੱਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਆਉਂਦੇ ਸੀਗੇ, ਤੇ ਉਸ ਤੋਂ ਇਲਾਵਾ ਵੀ ਉਹਨਾਂ ਦੇ 5-5 6-6 ਗੇੜੇ ਸਾਲ ਦੇ ਵਿੱਚ ਸਾਡੇ ਫਰੀਦਕੋਟ ਦੇ ਲੱਗ ਜਾਂਦੇ ਸੀਗੇ, ਸਾਡੇ ਕੋਟਕਪੂਰੇ ਦੇ ਲੱਗ ਜਾਂਦੇ ਸੀ, ਜੇਤੂ ਦੇ ਲੱਗ ਜਾਂਦੇ ਸੀਗੇ, ਛੋਟੇ ਪਰੋਗਰਾਮਾਂ ਦੇ ਉੱਤੇ ਵੀ ਪਿਛਲੇ ਕੁਝ ਸਾਲਾਂ ਤੋਂ ਬਾਬਾ ਫਰੀਦ ਦੇ ਮੇਲੇ ਲਈ ਕੋਈ ਪੈਸਾ ਵੀ ਨਹੀਂ ਭੇਜਿਆ ਗਿਆ ਜੀ। ਔਰ ਕੈਪਟਨ ਅਮਰਿੰਦਰ ਸਿੰਘ ਹੈ, ਮੇਰਾ ਖਿਆਲ ਜਦੋਂ ਬਣੇ ਇੱਕ ਵਾਰੀ ਬਾਬਾ ਫਰੀਦ ਦੇ ਮੇਲੇ 'ਤੇ ਆਏ ਆ, ਉਦੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਫਰੀਦਕੋਟ ਹੀ ਨਹੀਂ ਆਏ। ਪਟਿਆਲੇ ਦੀ ਵਿਜ਼ਿਟ ਉਹਨਾਂ ਦੀ ਕਢਾ ਕੇ ਵੇਖ ਲਓ, ਉਹਨਾਂ ਦੇ ਹਲਕੇ ਦੀ, ਮੇਰਾ ਖਿਆਲ ਬੜੀ ਮੁਸ਼ਕਿਲ ਨਾਲ 10 ਜਾਂ 15 ਵਿਜ਼ਿਟਾਂ ਹੋਣੀਆਂ ਉਹਨਾਂ ਦੀਆਂ 50 ਸਾਲਾਂ ਦੇ ਵਿੱਚ। ਜੇ ਫਿਰ ਮੁੱਖ ਮੰਤਰੀ ਧਿਆਨ ਨਾ ਦੇਵੇ ਤਾਂ ਫਿਰ ਹੁਣ ਦੇਖੋ ਸਾਨੂੰ ਪੈਸਾ ਕਿੱਥੋਂ ਆਉਣਾ ਹੈ? ਪੈਸਾ ਐਕਸਾਈਜ਼ ਦੇ ਵਿੱਚ ਆਉਣਾ ਹੈ। ਇਹਨਾਂ ਦੇ ਜਿਹੜੇ MLA ਹੈ,
ਜਾਂ ਉਹਨਾਂ ਦੀ ਸ਼ਹਿ ਦੇ ਉੱਤੇ ਸ਼ਰਾਬ ਨਕਲੀ ਵਿਕੀ ਜਾਂਦੀ ਹੈ, ਤੇ ਐਕਸਾਈਜ਼ ਦੇ ਵਿੱਚ ਪੈਸੇ ਕਿੱਥੋਂ ਇਕੱਠੇ ਹੋਣਗੇ? ਸਾਡੇ ਵੇਲੇ ਹਜ਼ਾਰ ਕਰੋੜ ਰੁਪਈਆ ਜਿਹੜੀਆਂ ਮਾਈਨਿੰਗ ਹੈਗਾ ਉਹਦਾ ਅਸੀਂ ਜਿਹੜੀ ਫੀਸ ਜਮ੍ਹਾਂ ਕਰਾਉਂਦੇ ਸੀਗੇ, ਤੇ ਇਹਨਾਂ ਦੇ ਵੇਲੇ 33 ਕਰੋੜ 40 ਕਰੋੜ 50 ਕਰੋੜ ਤੋਂ ਵੱਧ ਹੁੰਦੇ ਨਹੀਂ ਗੀ। ਇਹਨਾਂ ਦੇ ਸਾਰੇ ਬੰਦੇ ਮਾਈਨਿੰਗ ਦੇ ਵਿੱਚ ਲੱਗੇ ਹੋਏ, ਸ਼ਰਾਬ ਮਾਫੀਆ ਦੇ ਵਿੱਚ ਲੱਗੇ ਹੋਏ। ਤੇ ਅਕਾਲੀ ਦਲ ਮੈਨੇਜ ਕਰ ਲੇਗਾ ਫਿਰ ਇਹਨਾਂ ਜਿਸ ਤਰ੍ਹਾਂ ਕਿ ਲੋਕਾਂ ਨੂੰ ਬਹੁਤ ਸਾਰੇ ਵਾਅਦੇ ਨੇ, ਜਿਹੜੇ ਵੱਡੇ ਵੱਡੇ ਵਾਅਦੇ ਨੇ। ਦੇਖੋ ਮਿਹਨਤ ਦੀ ਲੋੜ ਹੈ ਜੀ, ਮਿਹਨਤ ਦੀ ਲੋੜ ਹੁੰਦੀ ਹੈ। ਤੇ ਸਾਡੇ ਐਕਚੁਅਲੀ ਸਰਦਾਰ ਸੁਖਬੀਰ ਸਿੰਘ ਬਾਦਲ, ਪੈਸਾ ਕਿੱਥੋਂ ਆਊਗਾ ਇਹਨਾਂ, ਕਿਸ ਤਰ੍ਹਾਂ ਦੇ ਸੋਰਸਸ ਲੈਣਗੇ? ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਉਹਨਾਂ ਨੇ MBA ਕੀਤੀ ਹੋਈ ਹੈ, MA ਇਕਨੋਮਿਕਸ ਕੀਤੀ ਹੋਈ ਹੈ, ਅਮਰੀਕਾ ਦੇ ਪੜ੍ਹੇ ਹੋਏ ਆ। ਉਹ ਸਾਡੀ ਜਿਹੜੀ ਟੀਮ ਆ ਉਹਨਾਂ ਦੇ ਨਾਲ ਜਿਹੜੀ ਲੱਗੀ ਹੋਈ ਹੈ, ਉਹ ਜਿਹੜੇ ਫਾਈਨੈਂਸਰ ਜਿਨ੍ਹਾਂ ਨੇ ਕਿਵੇਂ ਕ੍ਰੀਏਟ ਹੋਣਾ, ਉਹ ਸਾਰੇ ਹੀ ਲਗਭਗ MBA ਵਾਲੇ ਜਿਹੜੀ ਟੀਮ ਉਹਨਾਂ ਦੇ ਨਾਲ ਲੱਗੀ ਹੋਈ ਆ। ਉਹ ਸਾਰਾ ਕੁਝ ਮੈਨੇਜ ਕਰ ਲਾਂਗੇ। ਪਿੰਦਰਜੀਤ ਕੌਰ ਸਾਡੇ ਡਾਕਟਰ ਪਿੰਦਰਜੀਤ ਕੌਰ ਉਹ ਫਾਈਨੈਂਸ ਮਿਨਿਸਟਰ ਵੀ ਰਹੇ ਆ, ਤੇ ਉਹਨਾਂ ਲਈ ਦੇਖ ਲਓ ਤੁਸੀਂ ਕਿ ਉਹ ਵੀ PhD ਹੈ ਇਕਨੋਮਿਕਸ ਦੇ ਵਿੱਚ। ਚਲੋ ਪਰਮਿੰਦਰ ਸਿੰਘ ਢੀਂਡਸਾ ਪਾਸੇ ਹੋ ਗਏ, ਵੱਖਰੀ ਗੱਲ ਹੈ, ਉਹ ਵੀ MBA ਸੀਗੇ, ਤੇ ਅਸੀਂ ਮੈਨੇਜ ਕਰਕੇ ਹੀ ਚਲਾਉਂਦੇ ਸੀ ਸਾਰਾ ਕੁਝ। ਹੁਣ ਸੁਖਬੀਰ ਸਿੰਘ ਬਾਦਲ ਹੈ, ਉਹ ਮੈਨੇਜ ਕਰ ਲੈਣਗੇ ਸਾਰਾ ਕੁਝ, ਕੋਈ ਚੱਕਰ ਵਾਲੀ ਗੱਲ। ਬਿਜਲੀ ਸਮਝੌਤਿਆਂ ਦੀ ਆਪਾਂ ਗੱਲ ਕਰ ਲਈਏ। ਬਿਜਲੀ ਸਮਝੌਤਿਆਂ ਨੂੰ ਲੈ ਕੇ ਅਕਾਲੀ ਦਲ ਤੇ ਕਾਂਗਰਸ ਬਹੁਤ ਇਲਜ਼ਾਮ ਲਗਾ ਰਹੀ ਹੈ ਕਿ ਇਹਨਾਂ ਦੇ ਵੱਲੋਂ ਸਮਝੌਤੇ ਕੀਤੇ ਗਏ ਸੀ, ਅਸੀਂ ਹੁਣ ਰੱਦ ਨਹੀਂ ਕਰ ਸਕਦੇ ਜੀ, ਲੋਕਾਂ ਨੂੰ ਅਸੀਂ ਬਿਜਲੀ ਸਸਤੀ ਕਿਵੇਂ ਦਈਏ। ਬਠਿੰਡੇ ਵਾਲਾ ਥਰਮਲ ਪਲਾਂਟ ਢਾਹ ਦਿੱਤਾ ਗਿਆ, ਹਾਲਾਂਕਿ ਮਨਪ੍ਰੀਤ ਸਿੰਘ ਬਾਦਲ ਨੇ ਪਹਿਲਾਂ ਕਿਹਾ ਸੀ ਕਿ ਇਹ ਥਰਮਲ ਪਲਾਂਟ ਮੈਂ ਚਲਵਾਉਂਗਾ। ਦੇਖੋ ਜੀ, ਗੱਲ ਇਹ ਹੈ ਕਿ ਇਹਨਾਂ ਦੀ ਨਿਗਾਹ ਸੀਗੀ ਉਸ ਪ੍ਰਾਪਰਟੀ ਦੇ ਉੱਤੇ। ਉਹ ਪ੍ਰਾਪਰਟੀ ਮੇਰਾ ਖਿਆਲ 3-4 ਹਜ਼ਾਰ ਕਰੋੜ ਰੁਪਏ ਦੀ ਹੋਣੀ ਹੈ, ਸ਼ਾਇਦ ਜ਼ਿਆਦਾ ਹੋਵੇ, ਸ਼ਾਇਦ ਵੀ ਕਿਸੇ ਤਰੀਕੇ ਨਾਲ ਉਹਨੂੰ ਸੇਲ ਕਰਕੇ ਤੇ ਉਹਨੂੰ ਵੀ ਵਰਤੀਏ ਕਿਸੇ ਨਾ ਕਿਸੇ ਪਾਸੇ, ਤੇ ਉਹ ਤਾਂ ਢਾਇਆ ਇਸ ਕਰਕੇ। ਜਦੋਂ ਕਿ ਅਸੀਂ ਉਹਦੇ ਉੱਤੇ ਕਾਫੀ ਪੈਸੇ ਲਾ ਕੇ ਉਹਨੂੰ ਰਿਪੇਅਰ ਕਰਾ ਲਿਆ ਸੀਗਾ, ਤੇ 2030 ਤੱਕ ਉਹਨੇ ਚੱਲਣਾ ਸੀਗਾ। 2030 ਤੱਕ ਉਹਦੀ ਮਿਆਦ ਸੀਗੀ, ਅਜੇ ਮਿਆਦ ਪਈ ਸੀ, ਉਹਦੀ 9 ਸਾਲ ਮਿਆਦ ਪਈ ਹੈ, ਤੇ ਲੇਕਿਨ ਇਹਨਾਂ ਦੀ ਨਿਗਾਹ ਟੇਢੀ ਸੀਗੀ, ਇਸ ਕਰਕੇ ਢਾਇਆ ਗਿਆ। ਹੁਣ ਬਿਜਲੀ ਸਮਝੌਤੇ 2 ਰੁਪਏ ਅਸੀਂ ਸਾਰੀਆਂ ਸਟੇਟਾਂ ਨਾਲੋਂ ਸਸਤੇ ਆ। ਸਾਡੇ ਨਾਲੋਂ ਮੱਧ ਪ੍ਰਦੇਸ਼ ਦਾ ਸਮਝੌਤਾ ਜਿਹੜਾ ਹੋਇਆ ਉਹ ਵੀ ਮਹਿੰਗਾ ਹੈ, UP ਦੇ ਜਿਹੜੇ ਹੋਏ ਉਹ ਵੀ ਮਹਿੰਗੇ ਆ। ਆਪਣੀ ਤਾਂ ਸਟੇਟ ਛੋਟੀ ਜਿਹੀ ਹੈ, ਆਪਣੇ ਥਰਮਲ ਪਲਾਂਟ ਹੀ ਸਾਰੇ 2 ਲੱਗੇ ਆ, ਤੇ ਉਹ 3 ਲੱਗੇ ਸੌਰੀ, ਤੇ ਉੱਥੇ ਤਾਂ 7-7 8-8 ਲੱਗੇ ਆ। ਸਾਡਾ 2 ਰੁਪਏ 80 ਕੇ 82 ਪੈਸੇ ਰੇਟ ਹੈ, ਤੇ ਉੱਥੇ ਤਾਂ ਸਾਡੇ ਨਾਲ 20 ਰੁਪਏ ਵੱਧ ਦਾ ਰੇਟ ਜਿਹੜਾ ਹੈਗਾ। ਇਹ ਸਭ ਜਿਹੜੀਆਂ ਹੈਗੀਆਂ ਪੋਲੀਟਿਕਸ ਚੱਲ ਰਹੀ ਹੈ ਸਾਰੀ ਜਿਹੜੀ ਹੈਗੀ। ਤੇ ਬਰਾੜ ਸਾਹਿਬ, ਮੇਰਾ ਇੱਕ ਲਾਸਟ ਸਵਾਲ ਹੈ, ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਨੂੰ ਕਿਵੇਂ ਦੇਖਦੇ ਹੋ ਕਾਂਗਰਸ ਦੇ ਵਿੱਚ? ਦੇਖੋ ਜੀ, ਜਿਹੜਾ ਪ੍ਰਧਾਨ ਦਾ ਅਹੁਦਾ ਹੁੰਦਾ ਨਾ, ਬੜਾ ਸਤਿਕਾਰਯੋਗ ਹੁੰਦਾ ਹੈ। ਚਲੋ ਮੈਂ ਐਵੇਂ ਤੁਹਾਨੂੰ ਆਖਾਂ, ਮੈਂ ਕਦੇ ਕਿਸੇ ਕਨਫਰੰਟੇਸ਼ਨ ਦੇ ਵਿੱਚ ਨਹੀਂ ਪਿਆ ਗਾ। ਆਪਾਂ ਤਾਂ ਸਤਿਕਾਰ ਹੀ ਕਰਦੇ ਹਾਂ, ਚਾਹੇ ਵਿਰੋਧੀ ਧਿਰ ਦਾ ਹੋਵੇ ਬੰਦਾ, ਤੇ ਚਾਹੇ ਸਾਡੀ ਪਾਰਟੀ ਦਾ ਹੋਵੇ, ਚਾਹੇ ਸਾਡੇ ਨੂੰ ਟੁੱਟ ਕੇ ਵੀ ਗਏ ਲੀਡਰ, ਉਹਨਾਂ ਦਾ ਵੀ ਸਤਿਕਾਰ ਹੀ ਕਰਦੇ ਹਾਂ। ਮੈਂ ਤਾਂ ਕੈਪਟਨ ਸਾਹਿਬ ਦਾ ਵੀ ਕਰਦਾ, ਸਿੱਧੂ ਸਾਹਿਬ ਦਾ ਵੀ ਕਰਦਾ ਸਤਿਕਾਰ। ਪਰ ਗੱਲ ਇਹ ਹੈ ਕਿ ਜਿਹੜੇ ਸਿੱਧੂ ਸਾਹਿਬ ਹੈ, ਇੱਕ ਤਾਂ ਉਹਨਾਂ ਦਾ ਵੇ ਆਫ ਟਾਕਿੰਗ ਹੈ ਜਿਹੜਾ, ਉਹ ਪ੍ਰਧਾਨਗੀ ਵਾਲਾ ਹੈ ਨਹੀਂ ਗਾ। ਇੱਕ ਉਹਨਾਂ ਦੀ ਚਾਲ ਹੈ ਜਿਹੜੀ ਤੋਰ ਆ, ਉਹ ਪ੍ਰਧਾਨਗੀ ਵਾਲੀ ਹੈ ਨਹੀਂ ਗੀ। ਗੱਲਾਂ ਸਿੰਸੀਅਰਲੀ ਅਤੇ ਸੀਰੀਅਸਲੀ ਕਰਨੀਆਂ ਚਾਹੀਦੀਆਂ। ਹਾਸੇ ਮਖੌਲ ਦੇ ਵਿੱਚ, ਜਾਂ ਐਂ ਚੱਕ ਦੂੰਗਾ, ਐਂ ਕਰ ਦੂੰਗਾ, ਹੱਥ ਮਾਰੋ ਮੂੰਹ ਦੇ ਵਿੱਚੋਂ, ਮਤਲਬ ਥੁੱਕ ਲਾ ਕੇ ਤੁਸੀਂ ਤਾੜੀ ਮਾਰੋ, ਤਾੜੀ ਠੋਕੋ, ਬੈਟ ਚਲਾਓ, ਇਹ ਗੱਲਾਂ ਇਹ ਪ੍ਰਧਾਨ ਦੇ ਲੈਵਲ ਦੀਆਂ ਗੱਲਾਂ ਨਹੀਂ ਹੈਗੀਆਂ। ਤਾਂ 70% ਤਾਂ ਸਿੱਧੂ ਫੇਲ ਹੋ ਗਿਆ, 30% ਮਾੜਾ ਮੋਟਾ ਰਹਿੰਦਾ, ਉਹ ਹੁਣ ਇਹਨਾਂ ਦੀ ਲੜਾਈ ਚੱਲੀ ਜਾਂਦੀ ਹੈ, ਫੇਲ ਹੋ ਜਾਣਾ ਉਹਨੇ। ਤੇ ਮਨਤਾਰ ਸਿੰਘ ਬਰਾੜ ਇਹਨਾਂ ਚੋਣਾਂ ਦੇ ਲਈ ਪੂਰੀ ਤਰ੍ਹਾਂ ਤਿਆਰ ਨੇ? ਮੇਰੇ ਫਾਦਰ ਸਾਹਿਬ ਪੜ੍ਹਨ 'ਚ ਬਹੁਤ ਇੰਟੈਲੀਜੈਂਟ ਸੀਗੇ ਜੀ। ਮੇਰੇ ਫਾਦਰ ਸਾਹਿਬ ਨੇ ਯੂਨੀਵਰਸਿਟੀ 'ਚੋਂ ਲਾ ਕੀਤਾ ਸੀਗਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ, ਅਤੇ ਉਹ ਪਿੱਛੋਂ ਵੀ ਪੜ੍ਹਦੇ ਰਹੇ। ਉਹਨਾਂ ਨੇ 3-4 MA ਵੀ ਕੀਤੀਆਂ, ਔਰ BT ਵੀ ਕੀਤੀ ਉਹਨਾਂ ਨੇ। ਔਰ ਉਹ ਉਹਨਾਂ ਨੇ ਯੂਨੀਵਰਸਿਟੀ 'ਚੋਂ ਲਾ ਦੇ ਵਿੱਚ ਟੌਪ ਵੀ ਕੀਤਾ ਸੀਗਾ। ਅਤੇ ਉਹਨਾਂ ਨੇ ਮੈਨੂੰ ਆਖਿਆ ਸੀ, ਕਾਕਾ ਵੀ ਜਦੋਂ ਪੇਪਰ ਹੁੰਦੇ ਆ, ਆਮ ਬੱਚੇ ਜਿਹੜੇ ਪੇਪਰਾਂ ਤੋਂ 3-2.5 ਮਹੀਨੇ ਪਹਿਲਾਂ ਪੜ੍ਹਨਾ ਚਾਲੂ ਕਰਦੇ ਆ, ਉਦੋਂ ਪਹਿਲਾਂ ਖੜਮਸਤੀ ਕਰਦੇ ਆ। ਤੁਸੀਂ ਜਦੋਂ ਪੇਪਰ ਹੁੰਦੇ ਆ, ਉਦੋਂ 15-20 ਦਿਨ ਜਿਹੜੀ ਜਿੱਥੇ ਜਾ ਕੇ ਆਉਣਾ ਜਾਇਓ, ਖੇਡਣਾ ਖੇਡ ਲਓ, ਉਦੋਂ ਬਾਅਦ ਨਾਲ ਦੀ ਨਾਲ ਆਪਦੀ ਤਿਆਰੀ ਕਰ ਦਿਓ, ਤੁਸੀਂ ਕਦੇ ਫੇਲ ਨਹੀਂ ਹੋ ਸਕਦੇਗੇ। ਇਸ ਕਰਕੇ ਮੈਂ ਤਾਂ ਜਦੋਂ ਇਲੈਕਸ਼ਨ ਹੁੰਦੀ ਹੈ, 15-20 ਦਿਨ ਆਰਾਮ ਕਰ ਲਈਏ, ਉਦੋਂ ਬਾਅਦ ਆਪਦਾ ਕੰਮ ਨਾਲ ਦੀ ਨਾਲ ਫਿਰ ਸਟਾਰਟ ਕਰ ਦਈਦਾ। ਮੇਰੀ ਸਾਰੇ ਲੀਡਰਾਂ ਨਾਲੋਂ ਸਭ ਤੋਂ ਵੱਧ ਹਾਜ਼ਰੀ ਹੈ ਜਿਹੜੀ ਮੇਰੀ ਹਲਕੇ ਦੇ ਵਿੱਚ ਹੋਊਗੀ, ਤੁਸੀਂ ਚੈੱਕ ਕਰ ਲਓ ਸ਼ੁਰੂ ਤੋਂ ਲੈ ਕੇ ਹੁਣ ਤੱਕ। ਨਹੀਂ, ਅਸੀਂ ਲੋਕਾਂ ਦੇ ਨਾਲ ਗੱਲਬਾਤ ਕੀਤੀ, ਉਹਨਾਂ ਨੇ ਦੱਸਿਆ ਕਿ ਤੁਸੀਂ ਲੋਕਾਂ ਦੇ ਵਿੱਚ ਜਾਂਦੇ ਹੋ, ਵਿਚਰਦੇ ਹੋ, ਹਰ ਦੁੱਖ ਸੁੱਖ ਦੇ ਵਿੱਚ ਨਾਲ ਖੜਦੇ ਹੋ। ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ। ਤੇ ਇਹ ਸਨ ਹਲਕਾ ਕੋਟਕਪੂਰਾ ਤੋਂ ਉਮੀਦਵਾਰ ਮਨਤਾਰ ਸਿੰਘ ਬਰਾੜ, ਜੋ ਪਹਿਲੋਂ 5 ਚੋਣਾਂ ਲੜ ਚੁੱਕੇ ਨੇ। ਉਹਨਾਂ ਦੀ 6ਵੀਂ ਚੋਣ ਹੋਏਗੀ, ਤੇ ਬਰਾੜ ਸਾਹਿਬ ਆਪਣੇ ਇਹਨਾਂ ਚੋਣਾਂ ਨੂੰ ਲੈ ਕੇ ਪੂਰੀ ਤਰ੍ਹਾਂ ਦੇ ਨਾਲ ਤਿਆਰੀ ਦੇ ਵਿੱਚ ਨੇ। ਟਫ ਫਾਈਟ ਹੋਏਗੀ ਤੇ ਮੁਕਾਬਲਾ ਟੱਕਰ ਦਾ ਇਸ ਵਾਰ ਹੋਏਗਾ। ਹੁਣ ਦੇਖਣਾ ਇਹ ਵੀ ਦਿਲਚਸਪ ਹੋਏਗਾ ਕਿ ਜਿੰਨੀ ਫਾਈਟ ਦਿਲਚਸਪ ਹੋਏਗੀ, ਉਹਨਾਂ ਨਤੀਜਾ ਵੀ ਦਿਲਚਸਪ ਹੋਏਗਾ ਕਿ ਜਨਤਾ ਫਤਵਾ ਕਿਸ ਨੂੰ ਦਿੰਦੀ ਹੈ। ਕੈਮਰਾਮੈਨ ਪਰਵਿੰਦਰ ਦੇ ਨਾਲ ਮੈਂ ਜਸਮੀਤ ਕੌਰ, ਡੇਲੀ ਪੋਸਟ ਪੰਜਾਬੀ, ਕੋਟਕਪੂਰਾ।